ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰਿ ਉਪਾਵੋ ਡੁੱਬਦੇ ਪੱਥਰ ਤਾਰੇ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਏਹੀ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਬਰ ਛਤਰ ਤਖਤ ਦੇ ਮਾਲਕ ਜਾਗਦੀ ਜੋਤ ਜੁਗੋ ਜੁਗ ਅਟਲ ਸਰਵ ਸ਼ਕਤੀਮਾਨ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਪ੍ਰਤੱਖ ਦਿਸਦੇ ਬੋਲਦੇ ਸੁਣਦੇ ਬਖਸ਼ਿਸ਼ ਕਰਦੇ ਵਾਹਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਸਭ ਤੇ ਇੱਕ ਵਾਰ ਫਿਰ ਆਪਣੀ ਅਪਾਰ ਬੇਅੰਤ ਬਖਸ਼ਿਸ਼ ਕੀਤੀ ਹੈ, ਮਿਹਰਾਮਤ ਕਿਰਪਾ ਕੀਤੀ ਆ ਕਿ ਗੁਰੂ ਸਾਹਿਬ ਜੀ ਨੇ ਸਾਡੇ ਤੇ ਤਰੁੱਟ ਕੇ ਸਾਡੇ ਤੇ ਖੁਸ਼ ਹੋ ਕੇ ਆਪਣਾ ਬਖਸ਼ਿਸ਼ ਭਰਿਆ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਤੇ ਤਰਸ ਖਾ ਕੇ ਸਾਨੂੰ ਆਪਣੀ ਇੰਨੀ ਉੱਚੀ ਇੰਨੀ ਪਾਵਨ ਪਵਿੱਤਰ ਸੰਗਤ ਬਖਸ਼ੀ। ਸੰਗਤ ਵਿੱਚ ਬਿਠਾ ਕੇ ਸਾਡੇ ਕੋਲੋਂ ਆਪਣਾ ਇੰਨਾ ਉੱਚਾ ਪਾਵਨ ਪਵਿੱਤਰ ਨਾਮ ਜਪਾਇਆ ਆ, ਸਮਾਗਮ ਬਖਸ਼ਿਆ ਆ, ਅੰਮ੍ਰਿਤ ਵੇਲੇ ਉਠਾ ਕੇ ਸਾਨੂੰ ਆਪਣੀ ਗੋਦ ਵਿੱਚ ਬਿਠਾ ਕੇ ਆਪਣੀ ਗੋਦ ਦਾ ਨਿੱਘ ਮਾਣਨ ਦਾ ਮੌਕਾ ਬਖਸ਼ਿਆ ਆ, ਸੁਰਤੀ ਲਗਵਾਈ, ਚਰਨ ਧੂੜ ਬਖਸ਼ੀ। ਤੇ ਹੁਣ ਆਪਾਂ ਨੂੰ ਗੁਰੂ ਸਾਹਿਬ ਜੀ ਇਹਨਾਂ ਬਖਸ਼ਿਸ਼ਾਂ ਦੇ ਤਹਿਤ ਬਾਣੀ ਦੇ ਵਿਚਾਰ ਦੇ ਨਾਲ ਜੋੜਨ ਜਾ ਰਹੇ ਆ। ਸਭ ਤੋਂ ਪਹਿਲਾਂ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਹਿ ਦਿਲੋਂ ਸ਼ੁਕਰਾਨਾ ਕਰੀਏ, ਧੰਨਵਾਦ ਕਰੀਏ ਕਿ ਗੁਰੂ ਸਾਹਿਬ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਆ ਕਿ ਤੁਸੀਂ ਸਾਡੇ ਤੇ ਇੰਨੀ ਬਖਸ਼ਿਸ਼ ਕੀਤੀ, ਇੰਨੀ ਮਿਹਰ ਕੀਤੀ
ਕਿਉਂਕਿ ਜੇ ਅਸੀਂ ਆਪਣੇ ਅੰਦਰ ਦੇਖਣ ਲੱਗੀਏ, ਆਪਣੇ ਕਰਮਾਂ ਵੱਲ ਦੇਖਣ ਲੱਗ ਜਾਈਏ ਤਾਂ ਸਾਡੀ ਇੰਨੀ ਔਕਾਤ ਨਹੀਂ ਆ, ਅਸੀਂ ਇੰਨੇ ਲਾਇਕ ਨਹੀਂ ਹੈਗੇ ਕਿ ਸਾਨੂੰ ਸੰਗਤ ਮਿਲ ਜਾਏ, ਸੰਗਤ ਦੇ ਜੋੜਿਆਂ ਵਿੱਚ ਬੈਠਣ ਦਾ ਮੌਕਾ ਮਿਲ ਜਾਏ, ਗੁਰੂ ਸਾਹਿਬ ਜੀ ਦੀ ਗੱਲ ਸੁਣਨ ਦਾ ਮੌਕਾ ਮਿਲ ਜਾਏ। ਪਰ ਵਾਹਿਗੁਰੂ ਦੇ ਇਹ ਗੁਣ ਆ, ਔਗਣ ਕੋ ਨਾ ਚਿਤਾਰਦਾ ਗੱਲ ਸਿੱਧੀ ਲਾਏ। ਵਾਹਿਗੁਰੂ ਦਾ ਗੁਣ ਆ ਕਿ ਉਹ ਸਾਡੇ ਔਗਣਾਂ ਨੂੰ ਇਗਨੋਰ ਕਰਦਾ ਆ, ਉਹਨਾਂ ਨੂੰ ਦੇਖਦਾ ਨਹੀਂ ਆ। ਅਸੀਂ ਆ ਗਏ ਆ ਨਾ ਤੇ ਵਾਹਿਗੁਰੂ ਨੇ ਸਾਨੂੰ ਆਪਣੇ ਗੱਲ ਨਾਲ ਲਾ ਹੀ ਲੈਣਾ ਆ, ਇਹ ਵਾਹਿਗੁਰੂ ਦਾ ਗੁਣ ਆ। ਸੋ ਸਾਨੂੰ ਹਮੇਸ਼ਾ ਹਰ ਸਵਾਸ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਹੈ, ਹਰ ਰੋਮ ਨਾਲ, ਹਰ ਸਵਾਸ, ਹਰ ਪਲ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਤੇਰਾ ਸ਼ੁਕਰ ਆ, ਤੂੰ ਮੇਰੇ ਤੇ ਇੰਨੀ ਬਖਸ਼ਿਸ਼ ਕੀਤੀ ਆ, ਤੂੰ ਮੇਰੇ ਤੇ ਇੰਨੀ ਕਿਰਪਾ ਕੀਤੀ, ਤੂੰ ਮੈਨੂੰ ਆਪਣੀ ਗੋਦ ਵਿੱਚ ਬਿਠਾਇਆ, ਆਪਣੀ ਗੋਦ ਦਾ ਨਿੱਘ ਮਾਣਨ ਦਾ ਮੌਕਾ ਦਿੱਤਾ ਆ। ਸੋ ਗੁਰੂ ਸਾਹਿਬ ਜੀ ਨੂੰ ਅਰਦਾਸ ਵੀ ਕਰਨੀ ਆ, ਹਰ ਰੋਜ਼ ਸੰਗਤ ਦੇ ਜੋੜਿਆਂ ਵਿੱਚ ਬੈਠ ਕੇ ਅਰਦਾਸ ਕਰਨੀ ਹੈ ਕਿ ਗੁਰੂ ਪਾਤਸ਼ਾਹ ਕਿਰਪਾ ਕਰਨੀ, ਜਿਹੜੀਆਂ ਬਖਸ਼ਿਸ਼ਾਂ, ਜਿਹੜੀਆਂ ਦਾਤਾਂ ਤੁਸੀਂ ਮੈਨੂੰ ਦੇ ਰਹੇ ਆ ਬਹੁਤ ਉੱਚੀਆਂ ਆ, ਨਿਰਮੋਲਕ ਹੀਰਾ ਆ। ਕਹਿ ਲਈਏ ਕਿ ਇਹ ਇੱਕ ਹੀਰਿਆਂ ਦਾ ਹਾਰ ਆ ਜਿਹੜਾ ਵਾਹਿਗੁਰੂ ਨੇ ਸਾਡੇ ਗਲ ਵਿੱਚ ਪਾਇਆ ਹੋਇਆ ਹੈ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨੀ, ਇਹ ਬਖਸ਼ਿਸ਼ਾਂ ਹਮੇਸ਼ਾ ਸਦੀਵੀ ਮੇਰੇ ਤੇ ਇਵੇਂ ਬਣੀਆਂ ਰਹਿਣ। ਮੈਂ ਹਮੇਸ਼ਾ ਤੁਹਾਡੀਆਂ ਇਹਨਾਂ ਬਖਸ਼ਿਸ਼ਾਂ ਦਾ, ਤੁਹਾਡੀਆਂ ਇਹਨਾਂ ਦਾਤਾਂ ਦਾ ਆਨੰਦ ਮਾਣਦਾ ਹੀ ਰਹਾ। ਕਿਤੇ ਮੇਰੇ ਜ਼ਿੰਦਗੀ ਵਿੱਚ, ਮੇਰੇ ਜੀਵਨ ਵਿੱਚ ਇਵੇਂ ਦਾ ਕਰਮ ਅੱਗੇ ਨਾ ਆ ਜਾਏ ਜਿਸ ਦਾ ਕਰਕੇ ਮੈਨੂੰ ਤੁਹਾਡੇ ਤੋਂ, ਤੁਹਾਡੀ ਸੰਗਤ ਤੋਂ, ਚਰਨ ਧੂੜ ਤੋਂ ਦੂਰ ਹੋਣਾ ਪਵੇ। ਸੋ ਗੁਰੂ ਸਾਹਿਬ ਜੀ ਨੂੰ ਇਹ ਅਰਦਾਸ ਹਮੇਸ਼ਾ ਹੀ ਕਰਦੇ ਰਹਿਣਾ ਆ। ਸੋ ਜਿਹੜਾ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਲੜੀਵਾਰ ਵਿਚਾਰ ਦੇ ਤਹਿਤ ਅੱਜ ਬਾਣੀ ਦੇ ਵਿਚਾਰ ਦੇ ਲਈ ਬਖਸ਼ਿਸ਼ ਕੀਤਾ ਹੈ, ਇਹ ਸੁਖਮਨੀ ਸਾਹਿਬ ਦੀ 13ਵੀਂ ਅਸ਼ਟਪਦੀ ਦੀ ਵਿਚਾਰ ਅੱਜ ਆਪਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈ ਕੇ ਕਰਾਂਗੇ। ਸੋ ਇਸ ਅਸ਼ਟਪਦੀ ਵਿੱਚ ਗੁਰੂ ਸਾਹਿਬ ਜੀ ਨੇ ਸੰਗਤ ਦੀ ਗੱਲ ਕੀਤੀ ਆ, ਸੰਗਤ ਦੀ ਮਹਾਨਤਾ ਕੀ ਆ, ਸੰਗਤ ਕੀ ਹੁੰਦੀ ਆ। ਗੁਰੂ ਸਾਹਿਬ ਜੀ ਨੇ ਬੜੀ ਡਿਟੇਲ ਵਿੱਚ, ਬੜੇ ਪਿਆਰ ਨਾਲ ਸਾਨੂੰ ਇਸ ਅਸ਼ਟਪਦੀ ਵਿੱਚ ਸਮਝਾਉਂਦੇ ਆ। ਸੋ ਅਸ਼ਟਪਦੀ ਦੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਆ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ। ਕਹਿੰਦੇ ਕਿ ਸੰਤ ਨੂੰ ਔਂਕੜ ਨਹੀਂ ਆ, ਮਤਲਬ ਬਹੁ ਵਚਨ ਆ। ਜੇ ਔਂਕੜ ਹੁੰਦਾ ਫਿਰ ਇੱਕ ਵਚਨ ਹੋਣਾ ਸੀ, ਇੱਕ ਗੁਰਸਿੱਖ ਦੀ ਗੱਲ ਕੀਤੀ ਜਾਣੀ ਸੀ। ਸੋ ਇੱਥੇ ਹੁਣ ਬਹੁ ਵਚਨ ਆ ਕਿਉਂਕਿ ਔਂਕੜ ਨਹੀਂ ਹੈਗਾ। ਬਹੁ ਵਚਨ ਮਤਲਬ ਕਿ ਜ਼ਿਆਦਾ ਗੁਰਸਿੱਖਾਂ ਦੀ ਗੱਲ ਕੀਤੀ ਗਈ ਆ, ਕਿ ਜਿੱਥੇ ਜ਼ਿਆਦਾ ਗੁਰਸਿੱਖ ਬੈਠ ਕੇ ਵਾਹਿਗੁਰੂ ਦਾ ਨਾਮ ਜਪਦੇ ਆ, ਤੇ ਜਿੱਥੇ ਜ਼ਿਆਦਾ ਗੁਰਸਿੱਖ ਬੈਠ ਕੇ ਵਾਹਿਗੁਰੂ ਦਾ ਨਾਮ ਜਪਣ, ਬਹੁ ਵਚਨ ਆ ਮਤਲਬ ਸੰਗਤ। ਇੱਥੇ ਸੰਗਤ ਦੀ ਗੱਲ ਕੀਤੀ ਜਾ ਰਹੀ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ, ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਦਰਨ ਹਾਰ। ਕਿ ਜਿਹੜੇ ਸੰਗਤ ਦੀ ਸ਼ਰਨ ਵਿੱਚ ਆ ਜਾਂਦੇ ਆ, ਜਿਹੜਾ ਵੀ ਇਨਸਾਨ, ਜਿਹੜਾ ਮਨੁੱਖ ਸੰਗਤ ਦੀ ਸ਼ਰਨ ਵਿੱਚ ਆ ਗਿਆ ਨਾ, ਸੋ ਜਨ ਉਦਰਨ ਹਾਰ। ਉਦਰਨ ਹਾਰ ਕਿ ਉਹਨੇ ਬਚਣਾ ਹੀ ਬਚਣਾ ਆ, ਉਹਨੇ ਤਰਨਾ ਹੀ ਤਰਨਾ ਆ। ਕਿਉਂਕਿ ਸੰਗਤ ਇੰਨੀ ਉੱਚੀ ਆ, ਜਿਹੜਾ ਸੰਗਤ ਦੀ ਸ਼ਰਨ ਵਿੱਚ ਆ ਗਿਆ ਨਾ, ਉਹਨੂੰ ਸੰਗਤ ਨੇ ਆਪਣੇ ਆਪ ਬਚਾ ਹੀ ਲੈਣਾ ਆ, ਵਾਹਿਗੁਰੂ ਨੇ ਬਚਾ ਹੀ ਲੈਣਾ ਆ। ਸ਼ਰਨ ਵਿੱਚ ਆਉਣ ਦਾ ਭਾਵ ਕੀ ਆ? ਪਹਿਲਾ ਸ਼ਰਨ ਵਿੱਚ ਆਉਣ ਦਾ ਭਾਵ ਇਹ ਆ ਕਿ ਅਸੀਂ ਚਾਰੇ ਬੱਜਰ ਕੁਰੈਤਾਂ ਤਿਆਗ ਕੇ 5 ਕਕਾਰੀ ਵਰਦੀ ਪਹਿਨਣੀ ਆ, ਰਹਿਤ ਵਿੱਚ ਪਰਪੱਕ ਹੋਣਾ ਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ 5 ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲੈਣੀ ਆ, ਨਾਮ ਦੀ ਦਾਤ ਦ੍ਰਿੜ ਕਰਵਾਉਣੀ ਆ। ਇਹਨੂੰ ਕਹਿੰਦੇ ਆ ਸ਼ਰਨ ਵਿੱਚ ਆਉਣਾ। ਇਹ ਪਹਿਲਾ ਅਰਥ ਆ। ਉਸ ਤੋਂ ਬਾਅਦ ਦੂਜਾ ਸਟੈਪ ਕੀ ਆ ਜਾਂਦਾ ਆ? ਜਦੋਂ ਅਸੀਂ ਅੰਮ੍ਰਿਤ ਦੀ ਦਾਤ ਲੈ ਲੈਂਦੇ ਆ, ਦੂਜਾ ਸਟੈਪ ਇਹ ਆ ਕਿ ਅਸੀਂ ਸੰਗਤ ਵਿੱਚ ਆ ਰਹੇ, ਸੰਗਤ ਦੀ ਸ਼ਰਨ ਵਿੱਚ ਆਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਦਾ ਮਤਲਬ ਕਿ ਅਸੀਂ ਆਪਣੇ ਆਪ ਨੂੰ ਵਾਹਿਗੁਰੂ ਅੱਗੇ ਸਰੈਂਡਰ ਕਰਨਾ ਆ, ਆਪਾ ਭਾਵ ਸਮਰਪਣ ਕਰ ਦੇਣਾ ਹੈ, ਆਪਣੇ ਆਪ ਨੂੰ ਸਮਰਪਣ ਕਰ ਦੇਣਾ ਹੈ। ਅਸੀਂ ਆ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਨਾ, ਮੱਥਾ ਟੇਕਣ ਦਾ ਅਰਥ ਕੀ ਆ, ਭਾਵ ਕੀ ਆ? ਦੁਨੀਆ ਲਈ ਤਾਂ ਇੱਕ ਅਸੂਲ ਆ, ਇੱਕ ਕਾਰਨ ਆ, ਇੱਕ ਆਦਤ, ਮਤਲਬ ਇੱਕ ਅਸੂਲ ਕਹਿ ਸਕਦੇ ਆ ਜਾਂ ਫਰਜ਼ ਕਹਿ ਸਕਦੇ ਆ ਕਿ ਅਸੀਂ ਗੁਰੂ ਸਾਹਿਬ ਜੀ ਅੱਗੇ ਗਏ ਆ ਤੇ ਮੱਥਾ ਟੇਕਣਾ ਆ, ਸਿਰ ਥੱਲੇ ਲਾਉਣਾ ਆ, ਪਰਿਕਰਮਾ ਕੀਤੀ ਤੇ ਆਗੇ ਬੈਠ ਕੇ। ਪਰ ਅਸਲ ਵਿੱਚ ਇਹਦਾ ਅਰਥ ਕੀ ਆ?
ਅਸੀਂ ਗੁਰੂ ਸਾਹਿਬ ਜੀ ਅੱਗੇ ਸਿਰ ਨਵਾਇਆ ਆ, ਮੱਥਾ ਟੇਕਿਆ ਆ, ਮਤਲਬ ਕਿ ਗੁਰੂ ਸਾਹਿਬ ਜੀ ਜਿਹੜੀ ਮੇਰੀ ਮੱਤ ਆ ਨਾ ਉਹ ਮੈਂ ਇੱਥੇ ਰੱਖ ਚੱਲਿਆ ਆ। ਹੁਣ ਮੇਰੀ ਮੱਤ ਤੁਸੀਂ ਲੈ ਲਓ, ਮੈਂ ਤੁਹਾਡੇ ਅੱਗੇ ਸਿਰ ਝੁਕਾਇਆ ਹੈ, ਕਿਰਪਾ ਕਰੋ ਤੁਸੀਂ ਮੇਰੇ ਉੱਤੇ ਆਪਣਾ ਹੱਥ ਰੱਖ ਕੇ ਮੈਨੂੰ ਆਪਣੀ ਮੱਤ ਦਿਓ, ਮੇਰੇ ਅੰਦਰ ਆਪਣੀ ਮੱਤ ਪਾ ਦਿਓ। ਸ਼ਰਨ ਵਿੱਚ ਆਉਣ ਦਾ ਮਤਲਬ ਇਹੀ ਹੈ ਕਿ ਅਸੀਂ ਸ਼ਰਨ ਵਿੱਚ ਆ ਗਏ ਹਾਂ। ਗੁਰੂ ਸਾਹਿਬ ਜੀ, ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਹਾਂ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਆਪਣੀ ਮੱਤ ਇੱਥੇ ਛੱਡ ਦੇਵਾਂਗਾ, ਆਪਣੀ ਮੱਤ ਤਿਆਗ ਦਿੱਤੀ। ਅੱਜ ਤੋਂ ਮੈਂ ਤੁਹਾਡੀ ਮੱਤ ਵਰਤਣੀ ਆ, ਤੁਹਾਨੂੰ ਹੀ ਫੋਲੋ ਕਰਨਾ ਹੈ, ਤੁਹਾਡੇ ਹੀ ਅਸੂਲਾਂ ਦੇ ਉੱਪਰ ਚੱਲੂੰਗਾ। ਮਤਲਬ ਆਪਣੇ ਆਪ ਨੂੰ ਵਾਹਿਗੁਰੂ ਅੱਗੇ ਸਮਰਪਣ ਕਰ ਦਿੱਤਾ, ਆਪਾ ਭਾਵ ਹੀ ਖਤਮ ਕਰ ਦਿੱਤਾ। ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਦਰਨ ਹਾਰ। ਜਿਹੜੇ ਸੰਗਤ ਦੀ ਸ਼ਰਨ ਵਿੱਚ ਆ ਜਾਂਦੇ ਆ, ਮਤਲਬ ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਆਪਣੀ ਮੱਤ ਤਿਆਗ ਦਿੱਤੀ, ਆਪਾ ਭਾਵ ਖਤਮ ਕਰ ਦਿੱਤਾ, ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ, ਸੋ ਜਨ ਉਦਰਨ ਹਾਰ। ਕਹਿੰਦੇ ਉਹਨਾਂ ਨੇ ਬਚਣਾ ਹੀ ਬਚਣਾ ਆ, ਉਹਨਾਂ ਨੂੰ ਵਾਹਿਗੁਰੂ ਨੇ ਬਚਾ ਹੀ ਲੈਣਾ ਆ। ਬਚਣਾ ਕਿੱਥੋਂ ਆ? ਇਸ ਦੁਨੀਆ ਤੋਂ, ਵਿਕਾਰਾਂ ਤੋਂ, ਜਿਹੜਾ ਜਨਮ ਮਰਨ ਦਾ ਗੇੜ ਆ ਉਹਨਾਂ ਤੋਂ, ਜਨਮ ਮਰਨ ਦੇ ਗੇੜ ਤੋਂ ਬਚਣਾ ਆ। ਸੋ ਕਹਿੰਦੇ ਜਿਹੜਾ ਸੰਗਤ ਵਿੱਚ ਆ ਗਿਆ ਇੱਕ ਵਾਰ, ਉਹਨੂੰ ਸੰਗਤ ਨੇ, ਵਾਹਿਗੁਰੂ ਨੇ ਬਚਾ ਹੀ ਲੈਣਾ ਆ। ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਹੁਣ ਕਹਿੰਦੇ ਜਿਹੜੇ ਸੰਗਤ ਦੀ ਨਿੰਦਿਆ ਕਰਦੇ ਆ ਨਾ, ਗੁਰਸਿੱਖਾਂ ਦੀ ਨਿੰਦਿਆ ਕਰਦੇ ਆ, ਸੰਗਤ ਦੀ ਨਿੰਦਾ ਕਰਦੇ ਆ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਉਹਨਾਂ ਨੇ ਕਹਿੰਦੇ ਬਾਰ-ਬਾਰ ਜਨਮ ਮਰਨ ਦੇ ਚੱਕਰ ਵਿੱਚ ਪਏ ਹੀ ਰਹਿਣਾ ਆ, ਬਾਰ-ਬਾਰ ਜਨਮ ਮਰਨ ਦੇ ਗੇੜ ਵਿੱਚ ਪਏ ਹੀ ਰਹਿਣਾ ਆ। ਹੁਣ ਸੰਗਤ ਅਸਲ ਵਿੱਚ ਹੈ ਕੀ ਆ? ਸੰਗਤ ਦਾ ਭਾਵ ਕੀ ਆ? ਗੁਰੂ ਸਾਹਿਬ ਜੀ ਨੇ ਸਾਨੂੰ ਸੰਗਤ ਬਖਸ਼ੀ ਹੈ ਨਾ, ਹੁਣ ਅਸੀਂ ਸਾਰੇ ਮਿਲ ਕੇ ਵਾਹਿਗੁਰੂ ਦੀ ਗੋਦ ਵਿੱਚ ਬੈਠੇ ਹਾਂ। ਸਾਰਿਆਂ ਨੇ ਮਿਲ ਕੇ ਵਾਹਿਗੁਰੂ ਦਾ ਨਾਮ ਜਪਿਆ ਆ, ਪਹਿਲਾਂ ਸਿਮਰਨ ਕੀਤਾ ਆ, ਹੁਣ ਬਾਣੀ ਦੀ ਵਿਚਾਰ ਹੋ ਰਹੀ ਆ। ਗੁਰੂ ਸਾਹਿਬ ਜੀ ਸਾਡੇ ਨਾਲ ਆ ਕੇ ਡਾਇਰੈਕਟ ਗੱਲ ਕਰ ਰਹੇ ਆ। ਸੰਗਤ ਕਹਿੰਦੇ ਸਤ ਸੰਗਤ ਕੈਸੇ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਸੰਗਤ ਦਾ ਮਤਲਬ ਕੀ ਆ? ਸੰਗਤ ਕਿਹਨੂੰ ਕਿਹਾ ਜਾਂਦਾ ਆ? ਜਿੱਥੇ ਏਕੋ ਨਾਮ ਵਖਾਣੀ ਹੈ, ਜਿੱਥੇ ਬੈਠ ਕੇ ਕੇਵਲ ਇੱਕ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਮਿਲ ਕੇ, ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਣਾ ਹੈ, ਕੇਵਲ ਨਾਮ ਜਪਣਾ ਹੈ। ਜਿੱਥੇ ਸਿਰਫ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਆ ਜਾਂ ਵਾਹਿਗੁਰੂ ਦੀ ਗੱਲ ਹੁੰਦੀ ਹੈ ਨਾ, ਉਹਨੂੰ ਸੰਗਤ ਕਿਹਾ ਜਾਂਦਾ ਹੈ। ਹੁਣ ਅੱਜ ਕੱਲ ਜਿੱਥੇ ਵੀ ਭੀੜ ਲੱਗ ਗਈ, ਮੇਲੇ ਲੱਗਦੇ ਆ, ਉੱਥੇ ਕੀ ਕੁਛ ਹੁੰਦਾ ਆ? ਸੋ ਜਿੱਥੇ ਵੀ ਦੁਨੀਆ ਇਕੱਠੀ ਹੁੰਦੀ ਆ, ਉਹਨੂੰ ਕਹਿ ਦਿੰਦੇ ਕਿ ਇੱਥੇ ਸੰਗਤ ਇਕੱਠੀ ਹੋਈ। ਭਾਵੇਂ ਉੱਥੇ ਜੋ ਮਰਜ਼ੀ ਹੋ ਰਿਹਾ ਹੋਵੇ, ਭਾਵੇਂ ਰੌਲਾ ਰੱਪਾ ਪੈ ਰਿਹਾ ਹੋਵੇ, ਉੱਥੇ ਕੀਰਤਨ ਵੀ ਹੁੰਦਾ ਆ, ਉੱਥੇ ਢਾਡੀ ਜਥੇ ਵੀ ਲੱਗਦੇ ਆ, ਪਰ ਗੁਰੂ ਸਾਹਿਬ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਆ। ਉੱਥੇ ਜ਼ਿਆਦਾ ਧਿਆਨ ਕਿੱਧਰ ਹੁੰਦਾ ਆ? ਲੰਗਰ ਵੱਲ ਹੁੰਦਾ ਆ, ਤੇ ਜਿਹੜੀ ਕਮੇਟੀ ਆ ਉਹਦਾ ਗੋਲਕ ਵੱਲ ਹੁੰਦਾ ਆ, ਸੰਗਤ ਦਾ ਲੰਗਰ ਵੱਲ ਹੁੰਦਾ ਆ। ਸੋ ਦੁਨੀਆ ਉਹਨੂੰ ਵੀ ਸੰਗਤ ਕਹਿੰਦੀ ਆ, ਪਰ ਜੇ ਗੁਰੂ ਸਾਹਿਬ ਜੀ ਦੇ ਅਕੋਰਡਿੰਗ ਦੇਖਦੇ ਆ, ਬਾਣੀ ਦੇ ਅਕੋਰਡਿੰਗ ਦੇਖਦੇ ਆ, ਬਾਣੀ ਦੇ ਆਧਾਰ ਤੇ ਦੇਖਾਂਗੇ ਤਾਂ ਗੁਰੂ ਸਾਹਿਬ ਜੀ ਕੀ ਕਹਿੰਦੇ ਆ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਮਿਲ ਕੇ ਕੇਵਲ ਵਾਹਿਗੁਰੂ ਦਾ ਨਾਮ ਜਪਣਾ ਹੈ, ਸਿਰਫ ਇੱਕ ਨਾਮ, ਕੇਵਲ ਨਾਮ ਜਪੋ ਰੇ ਪ੍ਰਾਣੀ। ਇੱਕ ਵਾਹਿਗੁਰੂ ਦਾ ਨਾਮ ਹੀ ਜਪਣਾ, ਕੇਵਲ ਲਗਾ ਦਿੱਤਾ ਮਤਲਬ ਦੂਜਾ ਕੰਮ ਹੀ ਕੋਈ ਨਹੀਂ ਆ। ਵਾਹਿਗੁਰੂ ਦਾ ਨਾਮ ਤੇ ਜਾਂ ਬਾਣੀ ਦੀ ਗੱਲ ਕੀਤੀ ਜਾਊਗੀ, ਬਾਣੀ ਦੀ ਵਿਚਾਰ ਹੋਊਗੀ, ਗੁਰੂ ਸਾਹਿਬ ਜੀ ਗੱਲ ਕਰਨਗੇ, ਇਹਨੂੰ ਸੰਗਤ ਕਹਿੰਦੇ ਆ। ਹੁਣ ਸੰਗਤ ਵਿੱਚ ਬਖਸ਼ਿਸ਼ ਜ਼ਿਆਦਾ ਕਿਉਂ ਹੁੰਦੀ ਆ? ਗੁਰੂ ਸਾਹਿਬ ਜੀ ਬਾਰ-ਬਾਰ ਸੰਗਤ ਦੀ ਮਹਾਨਤਾ ਨੂੰ ਕਿਉਂ ਦਰਸਾਉਂਦੇ, ਕਿਉਂ ਦੱਸਦੇ ਆ, ਕਿਉਂ ਬਿਆਨ ਕਰਦੇ ਆ? ਕਿਉਂਕਿ ਸੰਗਤ ਵਿੱਚ ਜਿਹੜੀ ਬਖਸ਼ਿਸ਼ ਮਿਲਦੀ ਆ ਨਾ, ਦੁਨੀਆ ਵਿੱਚ ਕਿਤੇ ਨਹੀਂ ਹੈਗੀ। ਜਿੱਥੇ ਮਰਜ਼ੀ ਜਾ ਕੇ ਦੇਖ ਲਈਏ, ਜਿੱਥੇ ਮਰਜ਼ੀ ਭੱਜ ਕੇ ਦੇਖ ਲਈਏ, ਜਿੱਥੇ ਮਰਜ਼ੀ ਭਟਕ ਕੇ ਦੇਖ ਲਈਏ, ਪਰ ਜੋ ਸੁੱਖ, ਜੋ ਆਨੰਦ ਸੰਗਤ ਵਿੱਚ ਆ ਨਾ, ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਜਿਹੜਾ ਸੁੱਖ ਸਾਨੂੰ ਸੰਗਤ ਵਿੱਚ, ਸੰਗਤ ਦੀ ਸੇਵਾ ਕੀਤਿਆਂ ਮਿਲਣਾ ਹੈ, ਭਗਤੀ ਕੀਤਿਆਂ ਮਿਲਣਾ ਹੈ ਨਾ, ਗੁਰੂ ਸਾਹਿਬ ਜੀ ਕਹਿੰਦੇ ਤੇਰੇ ਕੋਲ ਰਾਜ ਵੀ ਆ ਜਾਏ ਨਾ, ਤਾਂ ਵੀ ਉਹ ਸੁੱਖ ਨਹੀਂ ਲੈ ਸਕਦਾ। ਸੰਗਤ ਇੰਨੀ ਉੱਚੀ ਆ, ਸੰਗਤ ਦੀ ਮਹਾਨਤਾ ਇੰਨੀ ਉੱਚੀ ਆ।
ਫਿਰ ਅਸੀਂ ਬਾਹਰੋਂ ਜੋ ਮਰਜ਼ੀ ਕਰਕੇ ਆਏ ਆ ਨਾ, ਪਹਿਲਾਂ ਅਸੀਂ ਭਾਵੇਂ ਜਿਵੇਂ ਦੇ ਵੀ ਕਰਮ ਕੀਤੇ ਆ, ਜੋ ਮਰਜ਼ੀ ਕੀਤਾ ਆਪਣੀ ਜ਼ਿੰਦਗੀ ਵਿੱਚ, ਪਰ ਇੱਕ ਵਾਰ ਅਸੀਂ ਸੰਗਤ ਵਿੱਚ ਆ ਗਏ ਨਾ, ਸੰਗਤ ਦੀ ਮਹਾਨਤਾ ਇੰਨੀ ਉੱਚੀ ਆ ਕਿ ਇੱਥੇ ਆ ਕੇ ਸਾਨੂੰ ਸੰਗਤ ਨੇ ਬਚਾ ਹੀ ਲੈਣਾ ਆ। ਸੰਗਤ ਕੋਲੋਂ ਇੱਕ ਅਰਦਾਸ ਕਰਵਾ ਦਿੱਤੀ, ਸਾਡੇ ਸਾਰੇ ਕਰਮ ਜੋ ਕੁਛ ਅਸੀਂ ਕੀਤਾ ਹੈ ਨਾ, ਸਭ ਕੁਝ ਗੁਰੂ ਸਾਹਿਬ ਜੀ ਨੇ ਇਗਨੋਰ ਕਰ ਦੇਣਾ, ਸਭ ਸਾਫ਼ ਕਰ ਦੇਣਾ। ਹੁਣ ਅਸੀਂ ਇਕੱਲੇ ਬੈਠ ਕੇ ਵੀ ਸੁਰਤੀ ਲਗਾਉਂਦੇ ਹੋਵਾਂਗੇ, ਇਕੱਲੇ ਬੈਠ ਕੇ ਸਿਮਰਨ ਵੀ ਕੀਤਾ ਹੋਊਗਾ। ਕਈ ਵਾਰ ਇਕੱਲੇ ਬੈਠ ਕੇ ਸਿਮਰਨ ਕਰਦੇ ਆ ਨਾ, ਤੇ ਮਨ ਨਹੀਂ ਟਿਕਦਾ, ਮਨ ਨਹੀਂ ਟਿਕੂਗਾ, ਜਾਂ ਬਾਹਰੋਂ ਆ ਕੇ ਕੋਈ ਕਿਸੇ ਨੇ ਆਵਾਜ਼ ਲਗਾ ਦਿੱਤੀ, ਕੋਈ ਮਿਲਣ ਆ ਗਿਆ ਜਾਂ ਕੋਈ ਫੋਨ ਆ ਗਿਆ, ਮਤਲਬ ਮਾਇਆ ਉਹ ਅਟੈਕ ਕਰਦੀ ਰਹਿੰਦੀ ਆ। ਸੰਗਤ ਵਿੱਚ ਬੈਠ ਕੇ ਸਿਮਰਨ ਕਰਾਂਗੇ ਨਾ, ਕੋਈ ਮਾਇਆ ਨਹੀਂ ਆਉਂਦੀ। ਕਿਉਂ? ਮਾਇਆ ਦੀ ਜਿਹੜੀ ਹੈਸੀਅਤ ਆ ਨਾ, ਉਹ ਸੰਗਤ ਦੇ ਜੋੜਿਆਂ ਤੋਂ ਥੱਲੇ ਆ। ਸੰਗਤ ਦੇ ਜੋੜੇ ਮਾਇਆ ਤੋਂ ਬਹੁਤ ਉੱਪਰ ਆ, ਬਹੁਤ ਉੱਚੇ ਆ। ਹੁਣ ਉਹ ਜਿਹੜੀ ਮਾਇਆ ਹੈ ਨਾ, ਉਹ ਸੰਗਤ ਦੇ ਜੋੜਿਆਂ ਤੋਂ ਅੱਗੇ ਨਹੀਂ ਆ ਸਕਦੀ। ਅਸੀਂ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪ ਰਹੇ ਆ, ਮਾਇਆ ਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਉਹ ਇੱਥੋਂ ਆ ਕੇ ਸਾਨੂੰ ਲੈ ਜਾਏ। ਕਿਉਂ? ਅਸੀਂ ਸੰਗਤ ਵਿੱਚ ਬੈਠੇ ਆ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਸੰਗਤ ਵਿੱਚ ਉਹ ਵਾਹਿਗੁਰੂ ਆਪ ਵਸਦਾ ਆ। ਜਿੱਥੇ ਵਾਹਿਗੁਰੂ ਬੈਠਾ ਹੁੰਦਾ ਹੈ ਨਾ, ਮਾਇਆ ਦੀ ਇੰਨੀ ਤਾਕਤ ਨਹੀਂ ਹੈਗੀ ਕਿ ਉੱਥੇ ਆ ਕੇ ਕੋਈ ਡਿਸਟਰਬੈਂਸ ਕਰ ਜਾਏ ਜਾਂ ਕੋਈ ਕੁਛ ਵੀ ਕਰ ਜਾਏ, ਉਹਦੀ ਇੰਨੀ ਤਾਕਤ ਹੀ ਨਹੀਂ ਆ। ਕਿਉਂ? ਉੱਥੇ ਵਾਹਿਗੁਰੂ ਬੈਠਾ ਆ, ਪ੍ਰਕਾਸ਼ ਵਾਹਿਗੁਰੂ ਆ, ਉਹਦਾ ਪ੍ਰਕਾਸ਼ ਹੀ ਇੰਨਾ ਆ ਕਿ ਉਹਦੇ ਇੰਨੀ ਤਾਕਤ ਹੀ ਨਹੀਂ ਰਹਿ ਜਾਂਦੀ, ਉਹ ਉੱਥੇ ਸੜ ਕੇ ਸੁਆਹ ਹੋ ਜਾਂਦੀ ਹੈ। ਵਾਹਿਗੁਰੂ ਨੂੰ ਦੇਖ ਕੇ, ਸੰਗਤ ਨੂੰ ਦੇਖ ਕੇ, ਸੰਗਤ ਵਿੱਚ ਆਉਣਾ ਉਹਦੇ ਲਈ ਮੁਮਕਿਨ ਨਹੀਂ ਆ, ਉਹ ਆ ਹੀ ਨਹੀਂ ਸਕਦੀ। ਤਾਂ ਹੀ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਕਿ ਪੁੱਤਰ, ਜੇ ਭਗਤੀ ਕਰਨੀ ਹੈ, ਜੇ ਕੁਛ ਕਰਨਾ ਹੈ ਨਾ, ਸੰਗਤ ਵਿੱਚ ਜਾ, ਸੰਗਤ ਦੇ ਜੋੜਿਆਂ ਵਿੱਚ ਬੈਠ, ਚਰਨ ਧੂੜ ਲੈ, ਉੱਥੇ ਬੈਠ ਕੇ ਸਿਮਰਨ ਕਰ, ਫਿਰ ਤੂੰ ਬਚ ਸਕਦਾ ਆ। ਜੇ ਸੰਗਤ ਦੀ ਮਹਾਨਤਾ ਨੂੰ ਅਸੀਂ ਬਿਆਨ ਕਰਨ ਲੱਗ ਜਾਈਏ ਤੇ ਅਸੀਂ ਕਰ ਹੀ ਨਹੀਂ ਸਕਦੇ। ਇਹ ਜਿਹੜੀ ਦਾਤ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ ਨਾ, ਸਾਨੂੰ ਗੁਰੂ ਸਾਹਿਬ ਜੀ ਨੇ ਜਿਹੜੀਆਂ ਬਖਸ਼ਿਸ਼ਾਂ ਦਿੱਤੀਆਂ ਹੈ ਨਾ, ਇਹ ਐਵੇਂ ਨਹੀਂ ਆ। ਸੰਗਤ ਦਿੱਤੀ ਆ, ਸਿਮਰਨ ਕਰਨ ਨੂੰ ਕਿਹਾ ਆ, ਚਰਨ ਧੂੜ ਲੈਣ ਨੂੰ ਕਿਹਾ, ਬਾਣੀ ਵਿਚਾਰ ਕਰਨ ਨੂੰ ਕਿਹਾ ਹੈ। ਹਰ ਇੱਕ ਬਖਸ਼ਿਸ਼, ਇਹ ਇਕੱਲੀ ਬਖਸ਼ਿਸ਼ ਆਪਣੇ ਆਪ ਵਿੱਚ ਇੱਕ ਨਿਰਮੋਲਕ ਹੀਰਾ ਆ, ਇੱਕ ਪਰਫੈਕਟ ਆ। ਇਹਦੇ ਵਿੱਚ ਕੋਈ ਉਕਾਈ ਨਹੀਂ ਹੈਗੀ, ਕੋਈ ਘਾਟਵਾਦ ਨਹੀਂ ਹੈ। ਹਰ ਇੱਕ ਚੀਜ਼ ਆਪਣੇ ਵਿੱਚ ਪਰਫੈਕਟ ਆ। ਸੋ ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਬਾਰ-ਬਾਰ ਕਹਿੰਦੇ ਆ, ਬਾਰ-ਬਾਰ ਦੁਹਰਾਉਂਦੇ ਆ ਕਿ ਪੁੱਤਰ ਸੰਗਤ ਵਿੱਚ ਜਾ, ਸਿਮਰਨ ਕਰਿਆ ਕਰ, ਚਰਨ ਧੂੜ ਲਿਆ ਕਰ, ਬਾਣੀ ਵਿਚਾਰ ਸੁਣਿਆ ਕਰ। ਬਾਣੀ ਵਿਚਾਰ ਕਰ ਰਹੇ ਆ ਮਤਲਬ ਗੁਰੂ ਸਾਹਿਬ ਜੀ ਸਾਡੇ ਨਾਲ ਆ ਕੇ ਡਾਇਰੈਕਟ ਗੱਲ ਕਰ ਰਹੇ ਆ, ਵਾਹਿਗੁਰੂ ਸਾਡੇ ਨਾਲ ਆ ਕੇ ਗੱਲ ਕਰ ਰਿਹਾ, ਸਾਨੂੰ ਸਮਝਾ ਰਿਹਾ ਹੈ, ਸਾਨੂੰ ਰਸਤਾ ਦੇ ਰਿਹਾ ਹੈ। ਜਿਸ ਮਾਰਗ ਤੇ ਵਾਹਿਗੁਰੂ ਨੇ ਸਾਨੂੰ ਚਲਾਇਆ ਹੈ ਨਾ, ਉਸ ਮਾਰਗ ਤੇ ਚੱਲਣ ਦੇ ਲਈ ਉਹ ਵਾਹਿਗੁਰੂ ਸੇਧ ਵੀ ਆਪ ਹੀ ਦੇ ਰਿਹਾ ਹੈ, ਗਾਈਡ ਵੀ ਆਪ ਹੀ ਕਰ ਰਿਹਾ ਹੈ। ਇਹ ਬਖਸ਼ਿਸ਼ਾਂ ਆ, ਇਹ ਵਾਹਿਗੁਰੂ ਦੀ, ਇਵੇਂ ਦਾ ਆ ਵਾਹਿਗੁਰੂ, ਇੰਨਾ ਦਇਆਲੂ ਆ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਹੁਣ ਕਹਿੰਦੇ ਕਿ ਜਿਹੜਾ ਇੰਨੀ ਉੱਚੀ ਸੰਗਤ ਦੀ ਨਿੰਦਿਆ ਕਰੂਗਾ ਨਾ, ਉਹਨੇ ਬਾਰ-ਬਾਰ ਜਨਮ ਮਰਨ ਦੇ ਚੱਕਰ ਵਿੱਚ ਪਏ ਹੀ ਰਹਿਣਾ ਆ। ਕਿਉਂਕਿ ਜਿਹੜੀ ਸੰਗਤ ਆ ਵਾਹਿਗੁਰੂ ਦੀ, ਉਹ ਇੰਨੀ ਉੱਚੀ ਆ। ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਿਆ ਜਾ ਰਿਹਾ ਹੈ, ਕੁਝ ਗਲਤ ਤਾਂ ਹੋ ਨਹੀਂ ਰਿਹਾ ਇੱਥੇ, ਜਾਂ ਕੁਝ ਵੀ ਗਲਤ ਕਰਨ ਨੂੰ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਆ। ਸੋ ਇੱਥੇ ਬੈਠ ਕੇ ਇੱਕ ਵਾਹਿਗੁਰੂ ਦਾ ਨਾਮ ਜਪਿਆ ਜਾ ਰਿਹਾ ਆ। ਤੇ ਜੇ ਕਹਿੰਦੇ ਇੰਨੀ ਉੱਚੀ ਸੰਗਤ ਦੀ, ਇੰਨੀ ਪਾਵਨ ਸੰਗਤ ਦੀ ਕੋਈ ਆ ਕੇ ਨਿੰਦਿਆ ਕਰਦਾ ਆ, ਤੇ ਫਿਰ ਉਹਦਾ ਨਤੀਜਾ ਉਹਨੂੰ ਕੀ ਮਿਲਣਾ ਆ? ਬਹੁਤ ਬਹੁਤ ਅਵਤਾਰ। ਕਹਿੰਦੇ ਬਾਰ-ਬਾਰ ਤੂੰ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹੇਗਾ, ਹੋਰ ਕੁਝ ਵੀ ਹਿੱਸੇ ਵਿੱਚ ਨਹੀਂ ਆਉਣ ਵਾਲਾ, ਕੁਝ ਵੀ ਹਾਸਲ ਨਹੀਂ ਹੋਣਾ। ਸਿਰਫ ਜਨਮ ਮਰਨ ਦਾ ਚੱਕਰ ਆ, 84 ਲੱਖ ਜੂਨਾ ਆ। ਗੁਰੂ ਸਾਹਿਬ ਜੀ ਕਹਿੰਦੇ ਬਸ ਇਹੀ ਗੇੜ ਆ ਤੇਰੇ ਹਿੱਸੇ, ਹੋਰ ਕੁਝ ਵੀ ਨਹੀਂ ਹੈਗਾ। ਅਸ਼ਟਪਦੀ। ਸੰਤ ਕੈ ਦੁਖਨ ਆਰਜਾ ਕਟੈ। ਕਹਿੰਦੇ ਕਿ ਜਿਹੜਾ ਸੰਤ ਦਾ ਦੋਖੀ ਹੈ ਨਾ, ਸੰਤ ਦਾ ਨਿੰਦਕ ਆ, ਸੰਗਤ ਦਾ ਨਿੰਦਕ ਆ। ਦੁਖ ਮਤਲਬ ਦੋਖੀ, ਜਿਹੜਾ ਨਿੰਦਿਆ ਕਰਦਾ ਆ। ਕਹਿੰਦਾ ਸੰਤ ਕੈ ਦੁਖਨ ਆਰਜਾ ਕਟੈ। ਜਿਹੜੀ ਸੰਗਤ ਦੀ ਨਿੰਦਿਆ ਕਰਦਾ ਹੈ ਨਾ, ਉਹਦੀ ਉਮਰ, ਉਹ ਦਿਨੋਂ ਦਿਨ ਉਮਰ ਤਾਂ ਸਭ ਦੀ ਘਟ ਰਹੀ ਹੈ, ਟਾਈਮ ਤਾਂ ਸਭ ਦਾ ਹੀ ਜਾ ਰਿਹਾ ਹੈ,
ਪਰ ਫਰਕ ਕੀ ਆ ਕਿ ਉਹ ਆਪਣਾ ਟਾਈਮ ਵੇਸਟ ਗਵਾ ਰਿਹਾ ਹੈ, ਵਿਅਰਥ ਗਵਾ ਰਿਹਾ ਹੈ, ਵੇਸਟ ਕਰ ਰਿਹਾ ਹੈ। ਹੁਣ ਇਹ ਜਨਮ ਕਿਉਂ ਮਿਲਿਆ ਆ? ਵਾਹਿਗੁਰੂ ਦਾ ਨਾਮ ਜਪਣਾ ਆ, ਭਗਤੀ ਕਰਨੀ ਆ। ਵਵੈ ਵਾਰੀ ਆਈ ਮੂੜੈ, ਵਾਸ ਦਿਓ ਤੁਧ ਵਿਸਰਿਆ, ਇਹ ਵੇਲਾ ਨਾ ਲੈਸੇ ਮੂੜੇ, ਫਿਰ ਤੂੰ ਜੰਮ ਕੇ ਵਸ ਪਿਆ। ਕਹਿੰਦੇ ਤੈਨੂੰ ਇਹ ਵਾਰੀ ਮਿਲੀ ਆ, ਤੇ ਇਸ ਵਾਰੀ ਵਿੱਚ ਅਸੀਂ ਕੀ ਕਰਦੇ ਆ? ਵਾਰੀ ਕਿਉਂ ਮਿਲੀ ਆ? ਕਿ ਵਾਹਿਗੁਰੂ ਦਾ ਨਾਮ ਜਪਣਾ ਆ। ਵਣਜ ਕਰੋ ਵਣਜਾਰਿਓ, ਵਖਰ ਲਿਹੋ ਸਮਾਲ, ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭੈ ਨਾਲ। ਤੁਸੀਂ ਵਾਹਿਗੁਰੂ ਦੇ ਨਾਮ ਦਾ ਵਪਾਰ ਕਰਨ ਆਏ ਆ, ਤੇ ਵਾਹਿਗੁਰੂ ਦੇ ਨਾਮ ਦਾ ਹੀ ਵਪਾਰ ਕਰਨਾ ਹੈ। ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭੈ ਨਾਲ। ਉਹੋ ਜਿਹੀ ਵਸਤ ਦਾ ਵਪਾਰ ਕਰੋ ਜਿਹਨੇ ਹਮੇਸ਼ਾ ਤੁਹਾਡੇ ਨਾਲ ਨਿਭਣਾ ਹੈ, ਤੁਹਾਡਾ ਸਾਥ ਦੇਣਾ ਆ, ਤੁਹਾਨੂੰ ਇਸ ਦੁਨੀਆ ਤੋਂ, ਇਸ ਸੰਸਾਰ ਤੋਂ, ਇਹਨਾਂ ਵਿਕਾਰਾਂ ਤੋਂ ਬਚਾਉਣਾ ਆ, ਅੱਗੇ ਧਰਮ ਰਾਜ ਤੋਂ ਬਚਾਉਣਾ ਆ। ਉਹ ਵਸਤ ਦਾ ਵਪਾਰ ਕਰਨ ਲਈ ਸਾਨੂੰ ਵਾਹਿਗੁਰੂ ਨੇ ਇਹ ਜਨਮ ਦਿੱਤਾ ਆ, ਇਹ ਸਰੀਰ ਦਿੱਤਾ ਆ। ਪਰ ਅਸੀਂ ਕੀ ਕਰ ਰਹੇ ਆ? ਵਵੈ ਵਾਰੀ ਆਈ ਆ ਮੂੜੇ, ਵਾਸ ਦਿਓ ਤੁਧ ਵਿਸਰਿਆ। ਕਹਿੰਦੇ ਮੂਰਖਾ, ਇਹ ਤੈਨੂੰ ਵਾਰੀ ਮਿਲੀ ਆ, ਪਰ ਤੂੰ ਕੀ ਕੀਤਾ ਆ? ਵਾਹਿਗੁਰੂ ਨੂੰ ਭੁਲਾ ਦਿੱਤਾ। ਇਹ ਵੇਲਾ ਨਾ ਲੈਸੇ ਮੂੜੇ, ਫਿਰ ਤੂੰ ਜੰਮ ਕੇ ਵਸ ਪਿਆ। ਇਹ ਜਿਹੜਾ ਵੇਲਾ ਤੈਨੂੰ ਮਿਲਿਆ ਹੈ ਨਾ, ਇਹ ਦੁਬਾਰਾ ਨਹੀਂ ਮਿਲਣਾ, ਫਿਰ ਤੂੰ ਜਮਾਂ ਦੇ ਵਸ ਪੈ ਜਾਣਾ ਹੈ। ਕਰਨਾ ਕੀ ਸੀ? ਸੰਗਤ ਵਿੱਚ ਬੈਠ ਕੇ ਨਾਮ ਜਪਣਾ ਸੀ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਰਨੀ ਭਗਤੀ ਸੀ, ਜਪਣਾ ਵਾਹਿਗੁਰੂ ਦਾ ਨਾਮ ਸੀ, ਪਰ ਕਰ ਕੀ ਰਹੇ ਆ? ਸੰਗਤ ਵਿੱਚ ਨਾਮ ਜਪਣ ਦੀ ਬਜਾਏ ਅਸੀਂ ਸੰਗਤ ਦੀ ਹੀ ਨਿੰਦਿਆ ਕਰੀ ਜਾ ਰਹੇ ਹਾਂ। ਦੁਨੀਆ ਸੰਗਤ ਦੀ ਹੀ ਨਿੰਦਿਆ ਕਰੀ ਜਾ ਰਹੀ ਹੈ। ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾ ਰਿਹਾ ਹੈ ਨਾ, ਅਸੀਂ ਤਾਂ ਨਾਮ ਜਪਣਾ ਨਹੀਂ, ਪਰ ਜਿਹੜੇ ਜਪ ਰਹੇ ਆ ਉਹ ਸਾਨੂੰ ਪਚਦੇ ਨਹੀਂ ਆ, ਉਹਨਾਂ ਨੂੰ ਅਸੀਂ ਜਪਦੇ ਦੇਖ ਨਹੀਂ ਸਕਦੇ। ਹੁਣ ਕਹਿੰਦੇ ਸੰਤ ਕਹਿ ਦੁਖਨ ਆਰਜਾ ਘਟੈ। ਤੈਨੂੰ ਸਮਾਂ ਮਿਲਿਆ ਸੀ ਵਾਹਿਗੁਰੂ ਦਾ ਨਾਮ ਜਪ, ਪਰ ਤੂੰ ਸਮਾਂ ਕਿੱਧਰ ਲਗਾ ਦਿੱਤਾ? ਸੰਗਤ ਦੀ ਨਿੰਦਿਆ ਕਰਨ ਵੱਲ। ਹੁਣ ਜਿਹੜਾ ਸਮਾਂ ਆ, ਗੁਰੂ ਸਾਹਿਬ ਜੀ ਕਹਿੰਦੇ ਇਹ ਤੇਰਾ ਸਮਾਂ ਵਿਅਰਥ ਜਾ ਰਿਹਾ ਹੈ। ਤੂੰ ਆਪਣਾ ਜਿਹੜਾ ਸਮਾਂ ਹੈ ਨਾ, ਇਹ ਖੂਹ ਖਾਤੇ ਵਿੱਚ ਪਾ ਰਿਹਾ ਹੈ। ਇਹਦਾ ਕੋਈ ਟਿਕਾਣਾ ਨਹੀਂ ਹੈ। ਜੋ ਤੂੰ ਕਰ ਰਿਹਾ ਹੈ ਨਾ, ਇਹਦਾ ਕੋਈ ਨਤੀਜਾ ਨਹੀਂ ਹੈ, ਬਸ ਨਰਕ ਹੀ ਆ। ਤੂੰ ਨਰਕਾਂ ਵਿੱਚ ਡਿੱਗਣਾ ਜਾ ਕੇ। ਸੰਗਤ ਦੀ ਨਿੰਦਿਆ ਕਰਕੇ ਤੂੰ ਇੱਥੇ ਤਾਂ ਨਰਕ ਭੋਗ ਹੀ ਰਿਹਾ ਹੈ, ਇੱਥੇ ਤਾਂ ਅਸੀਂ ਗੰਦ ਇਕੱਠਾ ਕਰ ਹੀ ਰਹੇ ਹਾਂ। ਪਰ ਕਹਿੰਦੇ ਜੇ ਤੂੰ ਅੱਗੇ ਜਾਣਾ ਹੈ, ਅੱਗੇ ਵੀ ਫਿਰ ਨਰਕਾਂ ਹੀ ਆ। ਅੱਗੇ ਕੋਈ ਹੀਰਿਆਂ ਦਾ ਹਾਰ ਤਾਂ ਵਾਹਿਗੁਰੂ ਨੇ ਤੇਰੇ ਗਲ ਵਿੱਚ ਪਾ ਨਹੀਂ ਦੇਣਾ। ਜਿਹੋ ਜਿਹਾ ਕੰਮ ਕਰਾਂਗੇ, ਫਲ ਵੀ ਉਹੋ ਜਿਹਾ ਹੀ ਮਿਲਣਾ ਹੈ। ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ। ਹੁਣ ਕਹਿੰਦੇ ਕਿ ਸੰਗਤ ਦੀ ਨਿੰਦਿਆ ਕਰਨ ਵਾਲਾ ਕਦੀ ਵੀ ਜਮਾਂ ਤੋਂ ਬਚ ਨਹੀਂ ਸਕਦਾ। ਜਮ ਤੇ ਨਹੀਂ ਛੁਟੈ, ਕਦੀ ਕਹਿੰਦੇ ਤੂੰ ਜਮਾਂ ਤੋਂ ਨਹੀਂ ਬਚ ਸਕਦਾ। ਇੱਥੇ ਤੂੰ ਨਿੰਦਿਆ ਕੀਤੀ ਆ, ਆਪਣਾ ਜਿਹੜੀ ਪੰਡ ਆ ਨਾ, ਉਹ ਨਿੰਦਿਆ ਦੇ ਨਾਲ, ਮਾੜੇ ਕਰਮਾਂ ਦੇ ਨਾਲ ਭਰ ਲਈ ਆ। ਹੁਣ ਅੱਗੇ ਜਾ ਕੇ ਪੰਡ ਖੋਲੇਗਾ, ਜੋ ਤੇਰੀ ਪੰਡ ਵਿੱਚ ਹੋਊਗਾ ਤੂੰ ਉਹੀ ਖੋਲਣਾ ਹੈ, ਉਹਦੇ ਆਧਾਰ ਤੇ ਤੈਨੂੰ ਅੱਗੇ ਰਿਜ਼ਲਟ ਮਿਲਣਾ ਹੈ, ਨਤੀਜਾ ਮਿਲਣਾ ਹੈ। ਇੱਥੇ ਤੂੰ ਨਿੰਦਿਆ ਕਰਕੇ ਗਿਆ ਆ, ਭੈੜੇ ਕਰਮ ਕਮਾ ਕੇ ਗਿਆ ਆ। ਹੁਣ ਕਹਿੰਦੇ ਅੱਗੇ ਤੈਨੂੰ ਜਮਾਂ ਤੋਂ ਬਚਾਊ ਕੌਣ? ਜਮ ਤੇ ਨਹੀਂ ਛੁਟੈ, ਤੂੰ ਬਚ ਨਹੀਂ ਸਕਦਾ, ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ, ਤੈਨੂੰ ਕੋਈ ਵੀ ਉੱਥੇ ਬਚਾ ਹੀ ਨਹੀਂ ਸਕਦਾ। ਸੰਤ ਕੈ ਦੁਖਨ ਸੁਖ ਸਭ ਜਾਏ। ਸੰਤ ਦਾ ਜਿਹੜਾ ਦੁਖੀ ਹੈ ਨਾ, ਸੰਗਤ ਦੀ ਨਿੰਦਿਆ ਕਰਦਾ ਆ, ਗੁਰੂ ਸਾਹਿਬ ਜੀ ਕਹਿੰਦੇ ਸੁਖ ਸਭ ਜਾਏ। ਉਹਦੇ ਸਾਰੇ ਸੁੱਖ ਖਤਮ ਹੋ ਜਾਂਦੇ ਆ। ਸਾਰਾ ਸੁੱਖ, ਸਾਰਾ ਸਕੂਨ, ਸਾਰਾ ਚੈਨ, ਸਭ ਕੁਝ ਖਤਮ ਹੋ ਜਾਂਦਾ ਆ। ਕਿਉਂ? ਕਿਉਂਕਿ ਸੰਗਤ ਇੰਨੀ ਉੱਚੀ ਆ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਸੰਗਤ ਵਿੱਚ ਵਾਹਿਗੁਰੂ ਰਹਿ ਰਿਹਾ ਆ। ਸੰਗਤ ਦਾ ਮਤਲਬ ਕੀ ਆ? ਸੰਗਤ ਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਆ। ਸੰਗਤ ਦੀ ਨਿੰਦਿਆ ਕਰ ਰਹੇ ਤੇ ਵਾਹਿਗੁਰੂ ਦੀ ਨਿੰਦਿਆ ਕਰ ਰਹੇ ਆ। ਤੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਸੰਗਤ ਦੀ ਨਿੰਦਿਆ ਕਰ ਰਹੇ ਆ, ਵਾਹਿਗੁਰੂ ਦੀ ਨਿੰਦਿਆ ਕਰ ਰਿਹਾ ਆ, ਤੇ ਫਿਰ ਵਾਹਿਗੁਰੂ ਨੇ ਤਾਂ ਤੈਨੂੰ ਸੁੱਖ ਦੇਣੇ ਆ। ਵਾਹਿਗੁਰੂ ਨੇ ਤੈਨੂੰ ਜੀਵਨ ਦਿੱਤਾ ਆ, ਵਾਹਿਗੁਰੂ ਨੇ ਤੈਨੂੰ ਸਵਾਸ ਦਿੱਤੇ ਆ। ਹਰ ਇੱਕ ਸੁੱਖ ਸਹੂਲਤ ਕਿਹਨੇ ਦਿੱਤੀ ਆ? ਵਾਹਿਗੁਰੂ ਨੇ। ਖਾਣ ਲਈ ਰੋਟੀ ਆ ਤੇਰੇ ਕੋਲ, ਪਾਉਣ ਲਈ ਕੱਪੜੇ ਆ, ਰਹਿਣ ਲਈ ਘਰ ਆ, ਸੌਣ ਲਈ ਬਿਸਤਰਾ ਦਿੱਤਾ ਆ। ਹਰ ਇੱਕ ਚੀਜ਼ ਵਾਹਿਗੁਰੂ ਨੇ ਤੈਨੂੰ ਦਿੱਤੀ ਆ। ਵਾਹਿਗੁਰੂ ਨੇ ਜੀਵ ਨੂੰ ਸਭ ਕੁਝ ਕਿਉਂ ਦਿੱਤਾ ਆ? ਕਿ ਤੂੰ ਬੈਠ ਕੇ ਨਾਮ ਜਪ ਸਕੇ। ਕੱਲ ਨੂੰ ਸਾਡੇ ਕੋਲ ਕੋਈ ਬਹਾਨਾ ਨਾ ਹੋਵੇ ਕਿ ਹਾਂ ਵਾਹਿਗੁਰੂ ਤੂੰ ਤੇ ਮੈਨੂੰ ਆ ਦਿੱਤਾ ਨਹੀਂ, ਫਿਰ ਮੈਂ ਭਗਤੀ ਕਿਵੇਂ ਕਰਦਾ? ਮੇਰੇ ਕੋਲ ਤਾਂ ਪਾਉਣ ਲਈ ਕੱਪੜਾ ਨਹੀਂ ਸੀ ਹੈਗਾ, ਮੈਂ ਸਿਮਰਨ ਕਿਵੇਂ ਕਰਨਾ ਸੀ?
ਮੇਰੇ ਕੋਲ ਰਹਿਣ ਲਈ ਘਰ ਹੀ ਨਹੀਂ ਸੀ ਹੈਗਾ, ਛੱਤ ਹੀ ਨਹੀਂ ਸੀ ਹੈਗੀ ਮੇਰੇ ਉੱਪਰ, ਮੈਂ ਭਗਤੀ ਕਿਵੇਂ ਕਰਦਾ? ਕੋਈ ਬਹਾਨਾ ਨਹੀਂ ਹੈਗਾ ਸਾਡੇ ਕੋਲ। ਹਰ ਇੱਕ ਚੀਜ਼, ਹਰ ਇੱਕ ਸੁੱਖ ਵਾਹਿਗੁਰੂ ਨੇ ਦੇ ਦਿੱਤਾ ਹੈ ਸਾਨੂੰ। ਹਰ ਇੱਕ ਸੁੱਖ ਵਾਹਿਗੁਰੂ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਫਿਰ ਕਹਿੰਦੇ ਜੇ ਤੂੰ ਇਸ ਦੇ ਬਾਵਜੂਦ ਵੀ ਤੂੰ ਸੰਗਤ ਦੀ ਨਿੰਦਿਆ ਕਰ ਰਿਹਾ ਹੈ, ਉਲਟੀ ਵਾਹਿਗੁਰੂ ਦੀ ਨਿੰਦਿਆ ਕਰ ਰਿਹਾ ਹੈ, ਤੇ ਫਿਰ ਕਹਿੰਦੇ ਜਿਹੜਾ ਸੁੱਖ ਸਕੂਨ ਤੈਨੂੰ ਮਿਲਿਆ ਹੈ ਨਾ, ਇਹ ਸਭ ਕੁਝ ਖਤਮ ਹੋ ਜਾਣਾ ਹੈ। ਜਿਸ ਸੁੱਖ ਦੇ ਆਧਾਰ ਤੇ, ਜਿਸ ਚੈਨ ਦੇ ਆਧਾਰ ਤੇ ਤੂੰ ਇਹਨਾਂ ਤਿੜਿਆ ਫਿਰਦਾ ਆ, ਇੰਨਾ ਨੱਚਦਾ ਟੱਪਦਾ ਫਿਰਦਾ ਹੈ ਨਾ, ਕਹਿੰਦੇ ਇਹ ਸਭ ਕੁਝ ਖਤਮ ਹੋ ਜਾਣਾ ਹੈ। ਸੰਤ ਕੈ ਦੁਖਨ ਸੁੱਖ ਸਭ ਜਾਏ। ਸੰਤ ਦੀ ਨਿੰਦਿਆ ਕੀਤੀ ਆ, ਸੰਗਤ ਦੀ ਨਿੰਦਿਆ ਕੀਤੀ ਆ, ਤੇ ਤੇਰੇ ਸਾਰੇ ਸੁੱਖ ਸਭ ਕੁਝ ਖਤਮ ਹੋ ਜਾਣਾ ਆ। ਸੰਤ ਕੈ ਦੁਖਨ ਨਰਕ ਮਹਿ ਪਾਏ। ਜਿਹੜਾ ਸੰਗਤ ਦਾ ਨਿੰਦਕ ਆ, ਜਿਹੜਾ ਸੰਗਤ ਦੀ ਨਿੰਦਿਆ ਕਰਦਾ ਆ, ਉਹਨੇ ਨਰਕਾਂ ਵਿੱਚ ਹੀ ਜਾਣਾ ਆ। ਨਰਕਾਂ ਵਿੱਚ ਜਾਣਾ ਆ। ਉੱਥੇ ਪਹਿਲਾਂ ਤੇ ਜਮਾਂ ਦੀ ਮਾਰ ਆ ਉਹ ਸਹਿਣੀ ਪਊਗੀ। ਉਹ ਪਤਾ ਨਹੀਂ ਕਿੰਨੇ ਸਾਲਾਂ ਦਾ ਉੱਥੇ ਉਹਨਾਂ ਨੇ ਰਿਮਾਂਡ ਹੀ ਲੈਣਾ ਆ। ਬਸ ਉੱਥੇ ਪੁੱਛਗਿੱਛ ਹੀ ਹੋਣੀ ਆ। ਇੰਨੇ ਸਾਲ ਤੋਂ ਉੱਥੇ ਪੁੱਛਗਿੱਛ ਹੀ ਹੁੰਦੀ ਆ। ਫਿਰ ਉਹਦੀ ਸਜ਼ਾ ਮਿਲਦੀ ਆ। ਉਸ ਤੋਂ ਬਾਅਦ 84 ਲੱਖ ਜੂਨਾਂ ਆ। ਇੱਕ ਜੂਨ ਨੂੰ ਵੀ ਜੇ ਆਪਾਂ 10 ਨਾਲ ਮਲਟੀਪਲਾਈ ਕਰੀਏ ਨਾ, 10 ਨਾਲ ਗੁਣਾ ਕਰੀਏ, ਇੱਕ ਜੂਨ ਦੀ 10 ਸਾਲ ਉਮਰ ਗਿਣ ਕੇ ਚੱਲੀਏ ਤਾਂ 8 ਕਰੋੜ 40 ਲੱਖ ਸਾਲ ਦਾ ਭੁਗਤਾਨ ਆ। ਇੱਧਰ ਸਾਨੂੰ 70 ਸਾਲ 80 ਸਾਲ ਉਮਰ ਮਿਲੀ ਆ। ਜੇ ਅਸੀਂ ਇੰਨੇ ਸਮੇਂ ਵਿੱਚ ਵਾਹਿਗੁਰੂ ਦਾ ਨਾਮ ਜਪ ਲੈਂਦੇ ਆ, ਤੇ ਫਿਰ ਵਾਹਿਗੁਰੂ ਦੀ ਗੋਦ ਆ, ਫਿਰ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਆ, ਸੱਚਖੰਡ। ਫਿਰ ਗੁਰੂ ਸਾਹਿਬ ਜੀ ਕਹਿੰਦੇ ਤੂੰ ਜੁਗੋ ਜੁਗ ਅਟਲ ਆ। ਤੇ ਜੇ ਤੂੰ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਬਸ ਆਪਣਾ ਇਹ ਸਮਾਂ ਸੰਗਤ ਦੀ ਨਿੰਦਿਆ ਕਰਨ ਵਿੱਚ ਹੀ ਗੁਜ਼ਾਰ ਦਿੱਤਾ, ਇੱਧਰ ਉੱਧਰ ਦੇ ਕੰਮਾਂ ਵਿੱਚ ਗਵਾ ਦਿੱਤਾ, ਵਾਹਿਗੁਰੂ ਨੂੰ ਭੁਲਾ ਦਿੱਤਾ, ਕਹਿੰਦੇ ਬਸ ਇੱਥੇ ਤੋਂ 70-80 ਸਾਲ ਕੁਛ ਨਹੀਂ ਕੀਤਾ, ਉਧਰ 8 ਕਰੋੜ 40 ਲੱਖ ਸਾਲ ਦਾ ਭੁਗਤਾਨ ਬਣ ਜਾਣਾ। ਫਿਰ ਉਹ ਸਮਾਂ ਇੰਨਾ ਜ਼ਿਆਦਾ ਆ, ਉਹ ਤੇ ਆਪਾਂ ਸੋਚ ਵੀ ਨਹੀਂ ਸਕਦੇ। ਜੂਨਾਂ ਫਿਰ ਇੰਨੀਆਂ ਗੰਦੀਆਂ ਗੰਦੀਆਂ ਆ, ਸਜ਼ਾਵਾਂ ਨਰਕਾਂ ਵਿੱਚ ਇੰਨੀਆਂ ਗੰਦੀਆਂ ਗੰਦੀਆਂ ਆ ਕਿ ਆਪਾਂ ਉਹਨਾਂ ਨੂੰ ਬਿਆਨ ਕਰ ਹੀ ਨਹੀਂ ਸਕਦੇ, ਸੋਚ ਵੀ ਨਹੀਂ ਸਕਦੇ ਕਿ ਕੀ ਕੀ ਉੱਥੇ ਹੁੰਦਾ ਆ, ਕਿਵੇਂ ਕਿਵੇਂ ਦੀ ਸਜ਼ਾ ਆ, ਕੀ ਕੀ ਮਿਲਣਾ ਆ, ਕੁਛ ਨਹੀਂ ਪਤਾ। ਸੰਤ ਕੈ ਦੁਖਨ ਮਤ ਹੋਏ ਮਲੀਨ। ਕਹਿੰਦਾ ਕਿ ਗੁਰੂ ਸਾਹਿਬ ਜੀ ਕਹਿੰਦੇ ਕਿ ਜਿਹੜਾ ਸੰਤ ਦਾ ਨਿੰਦਕ ਆ ਨਾ, ਸੰਗਤ ਦੀ ਨਿੰਦਿਆ ਕਰਦਾ ਆ, ਮਤ ਹੋਏ ਮਲੀਨ, ਉਹਦੀ ਮੱਤ ਮਲੀਨ ਹੋ ਜਾਂਦੀ ਹੈ। ਮਤਲਬ ਉਹਦੀ ਮੱਤ ਹੀ ਮਾਰੀ ਗਈ। ਹੁਣ ਉਹਦੀ ਜਦੋਂ ਮੱਤ ਹੀ ਮਾਰੀ ਗਈ, ਮੱਤ ਹੀ ਖਤਮ ਹੋ ਗਈ। ਹੁਣ ਮੱਤ ਸਾਡੀ ਜੀਵਾਤਮਾ ਆ ਨਾ, ਸਰੀਰ ਦੀ ਖੁਰਾਕ ਕੀ ਹੈ? ਰੋਟੀ। ਸਰੀਰ ਨੂੰ ਅਸੀਂ ਚਲਾਉਣ ਦੇ ਲਈ ਰੋਟੀ ਦਿੰਨੇ ਆ, ਪਾਣੀ ਦਿੰਨੇ ਆ, ਹਰ ਇੱਕ ਖੁਰਾਕ ਦਿੱਤੀ ਜਾਂਦੀ ਆ, ਸਭ ਕੁਝ ਖਾਂਦੇ ਆ ਅਸੀਂ। ਜੀਵਾਤਮਾ ਦੀ ਖੁਰਾਕ ਕੀ ਆ? ਵਾਹਿਗੁਰੂ ਦਾ ਨਾਮ, ਸੰਗਤ, ਚਰਨ ਧੂੜ, ਬਾਣੀ ਵਿਚਾਰ। ਤੇ ਜੀਵਾਤਮਾ ਨੂੰ ਇਹ ਚਾਰ ਚੀਜ਼ਾਂ ਨਾ ਮਿਲੀਆਂ ਤਾਂ ਜੀਵਾਤਮਾ ਖਤਮ ਆ। ਬਸ ਇਹਨੂੰ ਇਹੀ ਚਾਰ ਚੀਜ਼ਾਂ ਰੂਟੀਨ ਵਿੱਚ ਚਾਹੀਦੀਆਂ ਹੈ। ਹਰ ਰੋਜ਼ ਇਹਨੂੰ ਸੰਗਤ ਚਾਹੀਦੀ ਆ, ਸਿਮਰਨ ਚਾਹੀਦਾ ਹੈ, ਬਾਣੀ ਵਿਚਾਰ ਚਾਹੀਦੀ ਹੈ, ਚਰਨ ਧੂੜ ਚਾਹੀਦੀ ਹੈ। ਜਿਸ ਦਿਨ ਇਹਨੂੰ ਇਹ ਚਾਰ ਚੀਜ਼ਾਂ ਨਾ ਮਿਲੀਆਂ ਤੇ ਜੀਵਾਤਮਾ ਉੱਥੇ ਹੀ ਖਤਮ ਹੋ ਜਾਣੀ। ਹੁਣ ਇੱਕ ਸਾਈਡ ਵਿਕਾਰ ਆ, ਇਹ ਦੁਨੀਆ ਆ, ਮਾਇਆ ਆ, ਸਰੀਰ ਆ, ਇਹਨਾਂ ਸਾਰੀਆਂ ਚੀਜ਼ਾਂ ਨੇ ਮਿਲ ਕੇ ਜੀਵਾਤਮਾ ਨੂੰ ਘੇਰਾ ਪਾਇਆ ਹੋਇਆ ਆ। ਜੀਵਾਤਮਾ ਇਕੱਲੀ ਆ, ਉਹ ਵਿੱਚ ਫਸੀ ਆ, ਉੱਠ ਨਹੀਂ ਸਕਦੀ। ਉੱਠਣ ਲੱਗੂਗੀ ਉਹਨਾਂ ਨੇ ਫਿਰ ਸੁੱਟ ਦੇਣਾ ਹੈ। ਮਾਇਆ ਆਈ, ਵਿਕਾਰ ਆਏ, ਸੰਗਤ ਦੀ ਨਿੰਦਿਆ ਕਰ ਲਈ, ਜੀਵਾਤਮਾ ਉੱਥੇ ਹੀ ਖਤਮ। ਜੀਵਾਤਮਾ ਨੂੰ ਜਾਗਰੂਕ ਕਿੰਨੇ ਕਰਨਾ ਹੈ, ਜਗਾਉਣਾ ਕਿੰਨੇ ਆ? ਵਾਹਿਗੁਰੂ ਦੇ ਨਾਮ ਨੇ, ਸੰਗਤ ਨੇ। ਸੰਗਤ ਵਿੱਚ ਆਵਾਂਗੇ, ਚਰਨ ਧੂੜ ਲਵਾਂਗੇ, ਸਿਮਰਨ ਕਰਾਂਗੇ ਤਾਂ ਜੀਵਾਤਮਾ ਨੂੰ ਹੋਸ਼ ਆਊਗੀ, ਉਹ ਉੱਠੂਗੀ, ਫਿਰ ਸਮਝ ਆਊਗੀ ਕਿ ਮੈਂ ਕੀ ਕਰਨ ਆਇਆ ਹਾਂ। ਮੈਂ ਵਾਹਿਗੁਰੂ ਦਾ ਨਾਮ ਜਪਣਾ ਆ। ਗੁਰੂ ਸਾਹਿਬ ਜੀ ਤਾਂ ਕਹਿ ਰਹੇ ਕਿ ਤੂੰ ਨਾਮ ਜਪ, ਭਗਤੀ ਕਰਿਆ ਕਰ, ਸੱਚਖੰਡ ਚਲਾ ਜਾਏਗਾ, ਦਰਸ਼ਨ ਹੋ ਜਾਣਗੇ। ਥੋੜੀ ਸਮਝ ਆਊਗੀ, ਹੋਸ਼ ਆਊਗੀ, ਉਹ ਕਰੂਗੀ, ਜੀਵਾਤਮਾ ਕੰਮ ਕਰੂਗੀ, ਮਿਹਨਤ ਕਰੂਗੀ। ਪਰ ਜੇ ਨਾਮ ਹੀ ਨਹੀਂ ਜਪਿਆ, ਅਸੀਂ ਉਹ ਉਲਟਾ ਨਿੰਦਿਆ ਕਰ ਕਰਕੇ ਲੋਕਾਂ ਦਾ ਗੰਦ ਚੁੱਕ ਚੁੱਕ ਕੇ ਆਪਣੇ ਸਿਰ ਤੇ ਉਹ ਭਾਰ ਬੰਨ ਲਿਆ, ਗੰਦ ਚੁੱਕ ਲਿਆ ਆ, ਫਿਰ ਜੀਵਾਤਮਾ ਨੂੰ ਹੋਸ਼ ਕਿੱਥੇ ਆਉਣੀ ਆ? ਫਿਰ ਉਹਨੇ ਕਿੱਥੇ ਜਾਗਣਾ ਆ? ਫਿਰ ਅਸੀਂ ਇੱਕ ਕਰਮ ਕਰਦੇ ਆ, ਬਸ ਉਹਦੇ ਅੱਗੇ ਅੱਗੇ ਹੋਰ ਕਰਦੇ ਗਏ। ਕਿਉਂ? ਜੀਵਾਤਮਾ ਸੌਂ ਗਈ, ਉਹ ਜਿਹੜੀ ਮੱਤ ਆ ਮਲੀਨ ਹੋ ਗਈ ਆ, ਮੱਤ ਖਤਮ ਆ, ਮਰ ਗਈ। ਮੱਤ ਨੂੰ ਅਸੀਂ ਮੈਲ ਹੀ ਇੰਨੀ ਲਾ ਲਈ ਹੈ ਨਾ ਕਿ ਉਹ ਮੈਲ ਲੱਥ ਹੀ ਨਹੀਂ ਰਹੀ। ਜਿੰਨੀ ਦੇਰ ਨਾਮ ਨਹੀਂ ਜਪਾਂਗੇ, ਉਨੀ ਦੇਰ ਲੱਥਣੀ ਨਹੀਂ ਆ।
ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਏ। ਕਹਿੰਦੇ ਕੱਪੜੇ ਗੰਦੇ ਹੋਏ ਆ ਨਾ, ਉਹਨਾਂ ਨੂੰ ਤਾਂ ਸਾਬਣ ਲਾ ਕੇ ਧੋ ਲਓਗੇ, ਪਰ ਜਿਹੜੀ ਤੁਹਾਡੀ ਮੱਤ ਭਰੀ ਪਈ ਵਿਕਾਰਾਂ ਦੇ ਨਾਲ, ਇੰਨੀ ਗੰਦ ਦੇ ਨਾਲ, ਉਹਨੂੰ ਕਿੱਥੋਂ ਧੋਣਾ ਹੈ? ਕਿਵੇਂ ਧੋਣਾ ਉਹਨੂੰ? ਕਿਵੇਂ ਸਾਫ਼ ਕਰਨਾ ਹੈ? ਭਰੀਐ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮੈ ਕੇ ਰੰਗ। ਜਿਹੜੀ ਮੱਤ ਤੁਹਾਡੀ ਪਾਪਾਂ ਦੇ ਨਾਲ, ਇੰਨੇ ਗੰਦ ਦੇ ਨਾਲ, ਇੰਨੀ ਮੈਲ ਦੇ ਨਾਲ ਭਰੀ ਪਈ ਹੈ ਨਾ, ਕਹਿੰਦੇ ਨਾਮ ਦੇ ਰੰਗ ਦੇ ਨਾਲ ਧੁਪਣੀ ਆ। ਨਾਮ ਦੇ ਰੰਗ ਦੇ ਨਾਲ ਉਸ ਮੱਤ ਨੇ, ਤੁਹਾਡੇ ਉਸ ਮਨ ਨੇ ਸਾਫ਼ ਹੋਣਾ ਹੈ। ਮਨ ਸਾਫ਼ ਹੋਊਗਾ, ਹੋਸ਼ ਆਊਗੀ, ਮੱਤ ਟਿਕਾਣੇ ਆਊਗੀ, ਸ਼ਰਨ ਵਿੱਚ ਆਵਾਂਗੇ, ਵਾਹਿਗੁਰੂ ਦੀ ਮੱਤ ਨੂੰ ਅਡਾਪਟ ਕਰਾਂਗੇ, ਤਾਂ ਹੀ ਤਾਂ ਸਾਨੂੰ ਅਕਲ ਆਊਗੀ, ਤਾਂ ਹੀ ਤਾਂ ਭਗਤੀ ਕਰਾਂਗੇ, ਸਮਝ ਆਊਗੀ। ਹੁਣ ਕਹਿੰਦੇ ਸ਼ਰਨ ਵਿੱਚ ਆਏ ਨਹੀਂ, ਵਾਹਿਗੁਰੂ ਦਾ ਹੱਥ ਤੁਹਾਡੇ ਸਿਰ ਤੇ ਆਇਆ ਨਹੀਂ, ਉੱਤੋਂ ਤੁਸੀਂ ਨਿੰਦਿਆ ਕਰੀ ਜਾ ਰਹੇ ਆ ਸੰਗਤ ਦੀ, ਫਿਰ ਮੱਤ ਕਿੱਥੇ ਜਾਣੀ ਹੈ? ਫਿਰ ਸੰਤ ਕੈ ਦੁਖਨ ਮੱਤ ਹੋਏ ਮਲੀਨ। ਹੁਣ ਜਿਹੜੀ ਮੱਤ ਆ ਨਾ, ਕਹਿੰਦੇ ਮਲੀਨ ਹੋਈ ਪਈ ਆ, ਕੋਈ ਸਮਝ ਨਹੀਂ ਆ, ਕੋਈ ਹੋਸ਼ ਨਹੀਂ ਆ। ਸੰਤ ਕੈ ਦੁਖਨ ਸੋਭਾ ਤੇ ਹੀਨ। ਹੁਣ ਕਹਿੰਦੇ ਜਿਹੜਾ ਸੰਤ ਦਾ ਨਿੰਦਕ ਆ, ਦੋਖੀ ਆ, ਸੋਭਾ ਤੇ ਹੀਨ। ਫਿਰ ਕਹਿੰਦੇ ਉਹਦੀ ਸੋਭਾ ਕਿੰਨੇ ਕਰਨੀ ਆ? ਉਹਨੂੰ ਕਿੰਨੇ ਸਲਾਉਣਾ ਆ? ਹੁਣ ਉਹ ਤਾਂ ਹਰ ਇੱਕ ਘਰ ਘਰ ਜਾ ਕੇ ਸਭ ਦੀ ਨਿੰਦਿਆ ਕਰ ਰਿਹਾ, ਤੇ ਉਹਦੀ ਸਲਾਹੁਤਾ ਕੌਣ ਕਰੂਗਾ? ਉਹਨੂੰ ਕੌਣ ਵਡਿਆਊਗਾ? ਕੌਣ ਵਡਿਆਈ ਕਰੂਗਾ ਉਹਦੀ? ਜਾਂ ਉਹਨੂੰ ਕੌਣ ਮੂੰਹ ਲਾਊਗਾ? ਗੁਰੂ ਸਾਹਿਬ ਜੀ ਕਹਿੰਦੇ ਕਿ ਉਹਨੂੰ ਕੋਈ ਸੋਭਾ ਨਹੀਂ ਮਿਲਦੀ, ਕੋਈ ਵਡਿਆਈ ਨਹੀਂ ਮਿਲਦੀ, ਕੋਈ ਉਹਦੀ ਗੱਲ ਕਰਕੇ ਵੀ ਰਾਜ਼ੀ ਨਹੀਂ ਆ। ਸੰਤ ਕੇ ਹਤੇ ਕੋ ਰੱਖਿਆ ਨਾ ਕੋਈ। ਹੁਣ ਉਸ ਸੰਗਤ ਵੱਲੋਂ ਹੀ ਮਾਰਿਆ ਗਿਆ ਹੈ। ਸੰਤ ਕੇ ਹਤੇ ਕੋ, ਕਹਿੰਦੇ ਜਿਹੜਾ ਸੰਗਤ ਵੱਲੋਂ, ਵਾਹਿਗੁਰੂ ਵੱਲੋਂ ਹੀ ਮਾਰਿਆ ਗਿਆ ਨਾ, ਸੰਤ ਕੇ ਹਤੇ ਕੋ ਰੱਖਿਆ ਨਾ ਕੋਈ। ਫਿਰ ਕਹਿੰਦੇ ਉਹਨੂੰ ਕੋਈ ਨਹੀਂ ਰੱਖਦਾ, ਨਾ ਉਹਦੀ ਕੋਈ ਸਹਾਇਤਾ ਕਰਦਾ ਹੈ, ਨਾ ਹੀ ਕੋਈ ਉਹਦਾ ਆਸਰਾ ਬਣ ਕੇ ਰਾਜੀ ਹੈ। ਇਹ ਇੱਕ ਵਾਹਿਗੁਰੂ ਪ੍ਰੈਕਟੀਕਲ ਲਾਈਫ ਦੇ ਵਿੱਚ, ਮੈਂ ਆਪਣੀ ਜ਼ਿੰਦਗੀ ਵਿੱਚ ਵੀ ਇਹ ਚੀਜ਼ ਦੇਖੀ ਆ। ਹੁਣ ਜਿਹੜੀ ਗੱਲ ਗੁਰੂ ਸਾਹਿਬ ਜੀ ਇੱਥੇ ਅਸ਼ਟਪਦੀ ਵਿੱਚ ਕਰ ਰਹੇ ਆ ਨਾ, ਜਿਹੜਾ ਸੰਗਤ ਦਾ ਨਿੰਦਕ ਹੋਊਗਾ ਨਾ, ਪੂਰਾ ਇਨ ਬਿਨ ਉਹਦੇ ਨਾਲ ਇਵੇਂ ਹੀ ਹੁੰਦਾ ਆ। ਜਿਹੜਾ ਸੰਗਤ ਦੀ ਨਿੰਦਿਆ ਕਰੂਗਾ ਨਾ, ਉਹਦੇ ਨਾਲ ਬਿਲਕੁਲ ਇਵੇਂ ਹੁੰਦਾ ਆ। ਜਿਵੇਂ ਇੱਥੇ ਗੁਰੂ ਸਾਹਿਬ ਜੀ ਨੇ ਕਿਹਾ ਨਾ, ਸੰਤ ਕੇ ਹੱਤੇ ਕੋ ਰੱਖਿਆ ਨਾ ਕੋਈ, ਕਿ ਜਿਹੜਾ ਸੰਗਤ ਦਾ ਨਿੰਦਕ ਆ ਨਾ, ਹੁਣ ਉਹ ਵਾਹਿਗੁਰੂ ਵੱਲੋਂ ਮਾਰਿਆ ਗਿਆ ਆ। ਉਹਨੇ ਸੰਗਤ ਦੀ ਇੰਨੀ ਨਿੰਦਿਆ ਕੀਤੀ ਕਿ ਉਹ ਵਾਹਿਗੁਰੂ ਵੱਲੋਂ ਹੀ ਮਾਰਿਆ ਗਿਆ, ਤਾਂ ਹੀ ਤਾਂ ਸੰਗਤ ਦੀ ਨਿੰਦਿਆ ਕਰ ਰਿਹਾ ਆ। ਮਾਤੀ ਇੰਨੀ ਭੈੜੀ ਹੋ ਗਈ, ਉਹਨੂੰ ਕੁਛ ਹੋਸ਼ ਹੀ ਨਹੀਂ ਹੈਗਾ। ਫਿਰ ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਕੋਈ ਵੀ ਉਹਦੇ ਨਾਲ ਗੱਲ ਕਰਕੇ ਵੀ ਰਾਜ਼ੀ ਨਹੀਂ, ਕੋਈ ਉਹਦੀ ਸਹਾਇਤਾ ਕਰਕੇ ਵੀ ਰਾਜ਼ੀ ਨਹੀਂ ਹੈ। ਇਵੇਂ ਹੀ ਇੱਕ ਦੇਖਿਆ ਆ ਆਪਣੀ ਜ਼ਿੰਦਗੀ ਵਿੱਚ, ਇੱਕ ਬੀਬੀ ਸੀ, ਉਹਨੇ ਸੰਗਤ ਦੀ ਬਹੁਤ ਨਿੰਦਿਆ ਕੀਤੀ। ਪਹਿਲਾਂ ਕਾਫੀ ਟਾਈਮ ਸੰਗਤ ਵਿੱਚ ਵੀ ਉਹਨੇ ਆਪਣਾ ਟਾਈਮ ਵੀ ਬਿਤਾਇਆ, ਜਿਵੇਂ ਪਹਿਲਾਂ ਮਹੀਨਾ ਡੇਢ ਮਹੀਨਾ ਆ ਕੇ ਸੰਗਤ ਵਿੱਚ ਰਹਿ ਕੇ ਗਈ। ਉਹ ਸੰਗਤ ਵਿੱਚ ਬੈਠੀ, ਸੰਗਤ ਵਿੱਚ ਵਿਚਰੀ, ਸਭ ਕੁਝ ਉਹਨੇ ਆਪਣੀ ਅੱਖਾਂ ਨਾਲ ਦੇਖਿਆ ਕਿ ਸੰਗਤ ਵਿੱਚ ਸਿਮਰਨ ਹੁੰਦਾ ਆ, ਕਿਵੇਂ ਬਾਣੀ ਵਿਚਾਰ ਹੁੰਦੀ ਹੈ, ਗੁਰੂ ਸਾਹਿਬ ਜੀ ਦੀ ਗੱਲ ਕੀਤੀ ਜਾਂਦੀ ਆ, ਸੰਗਤ ਇਕੱਠੀ ਬੈਠ ਕੇ ਭਗਤੀ ਕਰਦੀ ਹੈ, ਸਿਮਰਨ ਕਰਦੀ ਹੈ। ਸਭ ਕੁਝ ਉਹਨੇ ਆਪਣੀ ਅੱਖਾਂ ਦੇ ਨਾਲ ਦੇਖਿਆ ਆ। ਮਹੀਨਾ ਡੇਢ ਮਹੀਨਾ ਸੰਗਤ ਵਿੱਚ ਵਿਚਰੀ ਆ। ਉਸ ਤੋਂ ਬਾਅਦ ਜਦੋਂ ਸੰਗਤ ਵਿੱਚੋਂ ਗਈ, ਉਹ ਜਾ ਕੇ ਜਦੋਂ ਮਾਇਆ ਨੇ ਅਟੈਕ ਕੀਤਾ, ਕੀ ਹੋਇਆ? ਉਹਨੇ ਸੰਗਤ ਦੀ ਇੰਨੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਮਤਲਬ ਇੱਕ ਤਾਂ ਹੁੰਦਾ ਹੈ ਨਾ, ਥੋੜੀ ਬਹੁਤ ਜਾਂ ਇੱਕ ਅੱਧੇ ਜਾਣੇ ਦੀ ਥੋੜੀ ਬਹੁਤ ਗੱਲ ਕਰ ਲਈ, ਥੋੜੀ ਬਹੁਤ ਨਿੰਦਿਆ ਕਰ ਲਈ, ਇੱਕ ਅੱਧੇ ਜਾਣੇ ਨਾਲ ਕਰ ਲਈ। ਉਹਨੇ ਪੂਰੀ ਕੋਸ਼ਿਸ਼ ਕੀਤੀ, ਆਪਣੀ ਪੂਰੀ ਵਾਹ ਲਗਾ ਦਿੱਤੀ ਕਿ ਮੈਂ ਜਿੰਨਾ ਇਹਨਾਂ ਦਾ ਗੰਦ ਹੁੰਦਾ ਹੈ ਨਾ ਚੁੱਕ ਲਵਾਂ। ਜੋ ਜਿਹਦੀ ਨਿੰਦਿਆ ਕਰ ਰਹੀ ਹੈ ਨਾ, ਉਹਨੇ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਇਹਦਾ ਗੰਦ ਆਪਣੇ ਸਿਰ ਤੇ ਚੁੱਕ ਲਵਾਂ। ਹੁਣ ਸੰਗਤ ਆ, ਸੰਗਤ ਦੀ ਨਿੰਦਿਆ ਕਰ ਰਹੀ ਆ, ਉਹਦਾ ਨਤੀਜਾ ਤਾਂ ਮਿਲਣਾ ਹੀ ਆ। ਗੁਰੂ ਸਾਹਿਬ ਜੀ ਨੇ ਇੱਥੇ ਵੀ ਕਿਹਾ ਆ, ਕਿਉਂ? ਉਹ ਵਾਹਿਗੁਰੂ ਵੱਲੋਂ ਹੀ ਮਾਰੀ ਗਈ, ਵਾਹਿਗੁਰੂ ਵੱਲੋਂ ਹੀ ਮਾਰ ਦਿੱਤਾ ਗੁਰੂ ਸਾਹਿਬ ਜੀ ਨੇ, ਵਾਹਿਗੁਰੂ ਨੇ ਹੀ ਮਾਰ ਦਿੱਤਾ ਉਹਨੂੰ। ਹੁਣ ਉਸ ਤੋਂ ਬਾਅਦ ਉਹਦੀ ਹਾਲਤ ਇੰਨੀ ਬੁਰੀ ਹੋ ਗਈ ਕਿ ਉਹਦੇ ਕੋਲ ਪਹਿਲਾਂ ਕਮਾਈ ਬਹੁਤ ਵਧੀਆ ਸੀ, ਪਰਿਵਾਰ ਬੜਾ ਵਧੀਆ ਚੱਲਦਾ ਸੀ। ਉਸ ਤੋਂ ਬਾਅਦ ਇੰਨੀ ਬੁਰੀ ਹਾਲਤ ਹੋ ਗਈ ਕਿ ਉਹਦੇ ਕੋਲ ਖਾਣ ਦੇ ਲਈ, ਇੱਕ ਵਕਤ ਦੀ ਰੋਟੀ ਲਈ ਵੀ ਆਟਾ ਨਹੀਂ ਸੀ ਹੈਗਾ। ਬਿਮਾਰ ਹੋ ਗਏ ਪਰਿਵਾਰ, ਬੱਚੇ ਬਿਮਾਰ ਹੋ ਗਏ, ਆਪ ਬਿਮਾਰ ਹੋ ਗਏ, ਤੇ ਦਵਾਈ ਲੈਣ ਲਈ ਉਹਦੇ ਕੋਲ ਹਸਪੀਟਲ ਜਾਣ ਲਈ ਕੋਈ ਪੈਸਾ ਨਹੀਂ ਸੀ, 1 ਰੁਪਈਆ ਵੀ ਨਹੀਂ ਬਚਿਆ। ਸੰਤ ਕੇ ਹੱਥੇ ਕਉ ਰੱਖਿਆ ਨਾ ਕੋਈ, ਕਿਸੇ ਨੇ ਕੋਈ ਹੈਲਪ ਨਹੀਂ ਕੀਤੀ। ਦੁਨੀਆ ਕਿਸੇ ਦੀ ਹੈਲਪ ਨਹੀਂ ਕਰਦੀ। ਦੁਨੀਆ ਨੂੰ ਆਪਾਂ ਦੇਖਿਆ ਆ, ਸਭ ਵੱਲ ਦੇਖਦੇ ਆ, ਅਸੀਂ ਦੁਨੀਆ ਵਿੱਚ ਰਹਿੰਦੇ ਆ,
कौन किसी की मदद करके राजी है। फिर उत्तों गल की आ गई कि वाहिगुरू ने ही मार दिता, संगत वालों ही मारी गई हो, संगत विचों ही बाहर हो गई। संगत की इन्नी निंदा की कि दुनिया ने की फिर देखना सी, दुनिया तो पहला ही नहीं देखती। तो उत्तों वाहिगुरू ने उन्होंने इन्ना दूर कर दिता, उहदी माती इन्नी मार दी कि कोई उन्होंने रख के राजी नहीं सी। उहदी हालत ही इन्नी बुरी हो गई कि कोई उहदे नाल गल करके भी राजी नहीं सी। संत कै दुखन थान भ्रष्ट होए। हुण कहंदे उहदा हिरदा तो पहला ही गंदा आ, अंदरों अंदर तो उहदा पहला ही गंद नाल संगत दी निंदा कर करके भरिया होया है। हुण जिथे भी जाके बहूगी ना, जिथे भी जाके वो निंदक बहूगा, उत्थे जाके गंदगी फैलाऊगा। क्यों? उहदी आदत आ। हुण उहदे कोल जो हैगा है, वो जिथे बैठूगा उहनूं उही दऊगा। धन श्री गुरु ग्रंथ साहिब जी आ, गुरु साहिब जी बख्शिशां दे खजाने आ, दैवी गुणां दे नाल भरे होए आ। ਅਸੀਂ ਬੈਠਦੇ ਆ ਗੁਰੂ ਸਾਹਿਬ ਜੀ ਨਾਲ ਆ ਕੇ ਗੱਲਬਾਤ ਕਰਦੇ ਤੇ ਸਾਡੇ ਨਾਲ ਕੀ ਗੱਲ ਕਰਦੇ ਆ ਗੁਰੂ ਸਾਹਿਬ ਜੀ? ਪੁੱਤਰ ਸਿਮਰਨ ਕਰਿਆ ਕਰ, ਭਗਤੀ ਕਰਿਆ ਕਰ, ਸੇਵਾ ਕਰਿਆ ਕਰ, ਬਾਣੀ ਵਿਚਾਰ ਕਰਿਆ ਕਰ। ਗੁਰੂ ਸਾਹਿਬ ਜੀ ਕੋਲ ਇਹ ਚੀਜ਼ਾਂ ਹੈ ਤੇ ਵਾਹਿਗੁਰੂ ਸਾਨੂੰ ਇਹੀ ਦੇ ਰਿਹਾ ਹੈ। ਗੁਰੂ ਸਾਹਿਬ ਜੀ ਨੂੰ ਸਭ ਕੁਝ, ਹਰ ਇੱਕ ਚੀਜ਼ ਦਾ ਪਤਾ ਹੈ ਕਿ ਇਹ ਕੰਮ ਕਰੇਗਾ ਤੂੰ, ਤੇਰੇ ਨਾਲ ਇਹ ਹੋਊਗਾ, ਇਵੇਂ ਮਾਇਆ ਆਊਗੀ। ਹਰ ਇੱਕ ਚੀਜ਼ ਵਾਹਿਗੁਰੂ ਸਾਨੂੰ ਦੱਸਦਾ ਆ। ਹੁਣ ਕੋਈ ਗੁਰਸਿੱਖ ਬੰਦਾ ਆ, ਉਹ ਬੜੀ ਭਗਤੀ ਕਰਦਾ ਹੈ, ਸਿਮਰਨ ਕਰਦਾ ਆ, ਉਹ ਕਿਸੇ ਕੋਲ ਵੀ ਜਾ ਕੇ ਬਹੂਗਾ ਨਾ, ਸਿਮਰਨ ਦੀ ਹੀ ਗੱਲ ਕਰੂਗਾ ਉੱਥੇ ਜਾ ਕੇ। ਤੇ ਜਿਹੜਾ ਕਰ ਹੀ ਨਿੰਦਿਆ ਰਿਹਾ ਆ, ਜਿਹੜਾ ਚੌਕੀ ਲੋਕਾਂ ਦਾ ਗੰਦ ਰਿਹਾ ਹੈ, ਜਾ ਕੇ ਉਹਨੇ ਕੀ ਕਰਨਾ ਹੈ? ਉਹਨੇ ਉਹੀ ਗੰਦ ਉੱਥੇ ਜਾ ਕੇ ਖਿਲਾਰਨਾ ਹੈ ਬਸ। ਹੁਣ ਕਹਿੰਦੇ ਉਹ ਜਿੱਥੇ ਜਾ ਕੇ ਬੈਠੂਗਾ ਉੱਥੇ ਜਾ ਕੇ ਗੰਦਗੀ ਫੈਲਾਊਗਾ। ਇਥੋਂ ਇੱਕ ਜਾਣੇ ਕੋਲੋਂ ਸੁਣੀ, ਆ ਦੇਖਿਆ, ਪਹਿਲਾਂ ਇੱਕ ਕੋਲ ਕੀਤੀ ਆ, ਫਿਰ ਹੋਰ ਚਾਰਾਂ ਕੋਲ ਜਾ ਕੇ ਕਰੂਗਾ। ਉਹ ਜਿੰਨੀ ਵੱਡੀ ਭੀੜ ਹੁੰਦੀ ਗਈ, ਉਹਨੇ ਓਨੀਆਂ ਹੀ ਚਾਰ ਨਾਲ ਗੰਢ ਕੇ ਸੁਣਾ ਦੇਣੀਆਂ। ਅੰਦਰ ਗੰਦ ਭਰਿਆ ਹੈ ਨਾ, ਬਸ ਉਹ ਗੰਦਗੀ ਫੈਲਾਉਂਦਾ ਜਾਂਦਾ ਹੈ। ਸੰਤ ਕਿਰਪਾਲ ਕਿਰਪਾ ਜੇ ਕਰੈ। ਹੁਣ ਕਹਿੰਦੇ ਕਿ ਗੁਰੂ ਸਾਹਿਬ ਜੀ ਕਹਿੰਦੇ ਸੰਤ ਕਿਰਪਾਲ ਕਿਰਪਾ ਜੇ ਕਰੈ। जे संगत बख्शिश करे, संगत कृपा करे, गुरु साहिब जी बख्शिश करन। नानक संत संग निंदक पीत रह। कहते संगत दे कोल आके फिर वो निंदक भी तर जाता है। मतलब ये वाहिगुरू दे गुण आ, ये वाहिगुरू दे दैवी गुण आ। ਜਿਹੜੀਆਂ ਚੀਜ਼ਾਂ ਵਾਹਿਗੁਰੂ ਨੇ ਸਾਨੂੰ ਦਿੱਤੀਆਂ ਹੈ ਨਾ, ਹੁਣ ਸੰਗਤ ਦਿੱਤੀ ਤੇ ਸੰਗਤ ਦਾ ਵੀ ਇਹ ਗੁਣ ਆ ਕਿ ਸੰਗਤ ਕੋਲ ਆ ਕੇ ਅਸੀਂ ਬੈਠੇ ਆ ਨਾ, संत कृपाल कृपा जे करे। जे संगत विच आके बैठ गए है ना, एक बार ਅਸੀਂ ਅੰਦਰੋਂ ਸਾਨੂੰ ਅਹਿਸਾਸ ਹੋ ਗਿਆ ਨਾ, ਸੰਗਤ ਦੇ ਜੋੜਿਆਂ ਵਿੱਚ ਮਾਫੀ ਮੰਗੀ, ਸੰਗਤ ਕੋਲੋਂ ਮਾਫੀ ਮੰਗੀ, ਤੇ ਸੰਗਤ ਕਿਰਪਾ ਦਾ ਘਰ ਆ। ਇੱਥੇ ਜਿਹੜਾ ਵੀ ਆਊਗਾ, ਅਸੀਂ ਭਾਵੇਂ ਜਿੰਨੇ ਮਰਜ਼ੀ ਭੈੜੇ ਕਰਮ ਕਮਾ ਕੇ ਆਏ ਆ ਨਾ, ਸੰਗਤ ਵਿੱਚ ਆ ਕੇ ਇੱਕ ਵਾਰੀ ਆਪਣੇ ਆਪ ਨੂੰ ਸੁੱਟ ਦਿੱਤਾ ਨਾ, ਤਾਂ ਸੰਗਤ ਨੇ ਬਖਸ਼ੀ ਲੈਣਾ ਆ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤ ਰਹਿ। ਕਹਿੰਦੇ ਤੂੰ ਇਸੇ ਸੰਗਤ ਦੀ ਨਿੰਦਿਆ ਕਰ ਰਿਹਾ ਸੀ ਨਾ, ਤੂੰ ਇਸ ਸੰਗਤ ਵਿੱਚ ਆ ਕੇ ਬੈਠਾ ਆ, ਇਹ ਸੰਗਤ ਨੇ ਤੈਨੂੰ ਤਾਰ ਹੀ ਲੈਣਾ ਹੈ। ਹੁਣ ਤੈਨੂੰ ਨਿੰਦਕ ਨੂੰ ਵੀ ਤਾਰ ਲੈਣਾ ਆ। ਹੁਣ ਦੁਨੀਆ, ਦੂਜੀ ਗੱਲ ਕਰੀਏ ਨਾ, ਜੇ ਆਪਾਂ ਦੁਨੀਆ ਸੰਤ ਕਹਿੰਦੀ ਹੈ ਜਿਨ੍ਹਾਂ ਨੂੰ ਦੇਹਧਾਰੀ ਗੁਰੂ ਆ, ਉਹਨਾਂ ਦੀ ਕਿਸੇ ਨੇ ਨਿੰਦਿਆ ਕੀਤੀ ਹੋਵੇ ਨਾ, ਜਾ ਕੇ ਉਹਨਾਂ ਨੇ ਮਾਰ ਕੇ ਨਾਲੀ ਵਿੱਚ ਸੁੱਟਿਆ ਹੋਣਾ। ਤੂੰ ਇੰਨੀ ਗੱਲ ਕਹਿਣ ਵਾਲਾ ਹੋਇਆ ਤੇ ਹੋਇਆ ਕੌਣ? ਤੂੰ ਕਹਿ ਕਿਵੇਂ ਦਿੱਤੀ ਤੂੰ ਇੰਨੀ ਗੱਲ ਸੰਤ ਨੂੰ? ਜਿਨ੍ਹਾਂ ਨੇ ਲੰਬੇ ਲੰਬੇ ਚੋਲੇ ਪਾਏ ਹੁੰਦੇ ਨਾ, ਗਲ 'ਚ ਮਾਲਾ ਪਾਈਆਂ ਹੁੰਦੀਆਂ ਆ, ਜੇ ਉਹਨਾਂ ਦੀ ਕੋਈ ਨਿੰਦਿਆ ਕਰਦੇ ਨਾ, ਇੱਕ ਕੁਛ ਵੀ ਕਹਿ ਦਿੱਤਾ, ਕੁਛ ਬੁਰਾ ਕਹਿ ਦਿੱਤਾ, ਇੱਕ ਦੋ ਲਫ਼ਜ਼ ਕਹਿ ਦਿੱਤੇ, ਉਹਨਾਂ ਨੇ ਮਾਰ ਕੇ ਤੇ ਉਹਨੂੰ ਨਾਲੀ ਵਿੱਚ ਸੁੱਟਿਆ ਹੋਣਾ ਸੀ। ਉਹਦੀ ਉਹ ਬੁਰੀ ਹਾਲ ਕੀਤੀ ਹੋਣੀ ਕਿ ਉਹਨੇ ਆਪਣੀ ਸ਼ਕਲ ਵੀ ਨਹੀਂ ਪਛਾਣਨ ਜੋਗੇ ਰਹਿਣਾ ਸੀ। ਪਰ ਸੰਗਤ, ਇੱਥੋਂ ਪਤਾ ਲੱਗਦਾ ਕਿ ਸੰਗਤ ਕੀ ਆ, ਅਸਲ ਸੰਗਤ ਕਿਹਨੂੰ ਕਹਿੰਦੇ ਆ। ਨਾਨਕ ਸੰਤ ਸੰਗ ਨਿੰਦਕ ਪੀਤ ਰਹਿ। ਤੂੰ ਸੰਗਤ ਵਿੱਚ ਆ ਕੇ ਬੈਠ ਕੇ ਆਇਆ ਨਾ, ਵਾਹਿਗੁਰੂ ਨੇ ਤੈਨੂੰ ਤਾਰ ਹੀ ਲੈਣਾ ਹੈ। ਹੁਣ ਉਹ ਜਿਹੜੀ ਬੀਬੀ ਸੀ ਨਾ, ਉਹਨੇ ਪਹਿਲਾਂ ਇੰਨੀ ਨਿੰਦਿਆ ਕੀਤੀ, ਉਸ ਤੋਂ ਬਾਅਦ ਸੰਗਤ ਵਿੱਚ ਜਦੋਂ ਉਹਦੀ ਹਾਲਤ ਪਤਾ ਲੱਗੀ, ਸਭ ਨੂੰ ਪਤਾ ਲੱਗੀ ਕਿ ਉਹਦੀ ਹਾਲਤ ਇੰਨੀ ਬੁਰੀ ਆ, ਉਹਦੇ ਕੋਲ ਖਾਣ ਲਈ ਰੋਟੀ ਵੀ ਨਹੀਂ ਹੈਗੀ, ਉਹਨੇ ਦਵਾਈ ਲੈਣ ਜਾਣਾ ਹੈ, ਬਿਮਾਰ ਪਏ ਆ, ਬੱਚੇ ਬਿਮਾਰ ਆ, ਉਹਦੇ ਕੋਲ ਦਵਾਈ ਲੈਣ ਲਈ ਪੈਸਾ ਨਹੀਂ ਹੈਗਾ ਕਿ ਮੈਂ ਇੱਕ ਗੋਲੀ ਲੈ ਕੇ ਖਾ ਲਵਾਂ। ਫਿਰ ਜਦੋਂ ਸੰਗਤ ਨਾਲ ਸਲਾਹ ਕੀਤੀ ਤਾਂ ਸੰਗਤ ਨੇ ਕਿਹਾ ਕਿ ਉਹਦੀ ਮਦਦ ਕਰੋ, ਉਹਨੂੰ ਮਤਲਬ ਜਾ ਕੇ ਦੇਖੋ, ਉਹਦੀ ਹੈਲਪ ਕਰੋ। ਚਲੋ ਹੁਣ ਉਹਨੂੰ ਗਲਤੀ ਦਾ ਅਹਿਸਾਸ ਹੋ ਗਿਆ ਆ ਤੇ ਆਪਾਂ ਉਹਦੀ ਮਦਦ ਕਰਦੇ ਆ, ਉਹਨੂੰ ਲੈ ਕੇ ਆਉਨੇ ਆ ਫਿਰ ਸੰਗਤ ਵਿੱਚ। ਉਹ ਸਾਰੀ ਸੰਗਤ ਨੇ ਸਲਾਹ ਦੇ ਨਾਲ ਉਹ ਬੀਬੀ ਨੂੰ ਫਿਰ ਲੈ ਆਂਦਾ। ਮਤਲਬ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਸੰਗਤ ਨੇ ਉਹਨੂੰ ਫਿਰ ਬਖਸ਼ ਦਿੱਤਾ।
ਇਹ ਸੰਗਤ ਦਾ ਗੁਣ ਆ। ਕਿਉਂ? ਹੁਣ ਸੰਗਤ ਨੂੰ, ਸਾਨੂੰ ਸਭ ਨੂੰ ਪਤਾ ਹੈ, ਸੰਗਤ ਨੂੰ ਪਤਾ ਆ ਕਿ ਗੁਰੂ ਸਾਹਿਬ ਜੀ ਕੋਲ ਇੰਨੀਆਂ ਬਖਸ਼ਿਸ਼ਾਂ ਆ। ਜੇ ਗੁਰੂ ਸਾਹਿਬ ਜੀ ਬਖਸ਼ ਸਕਦੇ ਆ, ਗੁਰੂ ਸਾਹਿਬ ਜੀ ਮਾਫ ਕਰ ਸਕਦੇ, ਤੇ ਫਿਰ ਮਾਫ ਕਰਨ ਵਿੱਚ ਕੀ ਦਿੱਕਤ ਆ? ਉਹਨੂੰ ਅਹਿਸਾਸ ਹੋ ਗਿਆ, ਠੀਕ ਆ ਕੇ ਮਾਫੀ ਮੰਗ ਲਊਗੀ ਤੇ ਆ ਕੇ ਇੱਥੇ ਵਾਹਿਗੁਰੂ ਦੇ ਨਾਲ ਜੁੜ ਜਾਊਗੀ, ਜ਼ਿੰਦਗੀ ਬਚ ਜਾਊਗੀ, ਕਰਮ ਧੁੱਪ ਜਾਣਗੇ ਜਿਹੜੇ ਮਾੜੇ ਕੀਤੇ ਆ। ਬਸ ਇਹੀ ਸੋਚ ਕੇ ਸੰਗਤ ਨੇ ਇਹਨੂੰ ਫਿਰ ਮਾਫ ਕਰ ਦਿੱਤਾ, ਸੰਗਤ ਵਿੱਚ ਲੈ ਆਂਦਾ। ਨਾਨਕ ਸੰਤ ਸੰਗ ਨਿੰਦਕ ਪੀ ਤਰੇ। ਇਹ ਸੰਗਤ ਦੀ ਮਹਾਨਤਾ ਆ, ਸੰਗਤ ਦਾ ਗੁਣ ਆ ਕਿ ਉਹ ਚਾਹੇ ਤਾਂ ਨਿੰਦਕਾਂ ਨੂੰ ਵੀ ਤਾਰ ਸਕਦੀ ਹੈ। ਸੰਤ ਕੇ ਦੁਖਨ ਤੇ ਮੁਖ ਭਵੈ। ਹੁਣ ਕਹਿੰਦੇ ਕਿ ਜਿਹੜਾ ਸੰਤ ਦਾ ਦੁਖੀ ਹੈ ਨਾ, ਨਿੰਦਕ ਆ, ਕਹਿੰਦੇ ਉਹਦਾ ਮੂੰਹ ਹੀ ਭ੍ਰਸ਼ਟਿਆ ਹੁੰਦਾ ਹੈ, ਉਹਦਾ ਮੂੰਹ ਹੀ ਦੇਖਣ ਯੋਗ ਹੀ ਨਹੀਂ ਰਹਿੰਦਾ, ਕੁਛ ਪੱਲੇ ਹੀ ਨਹੀਂ ਹੈਗਾ। ਜਦੋਂ ਫਿਰ ਉਹਨੂੰ ਉਹਦੇ ਵਿੱਚ ਦੇਖਣ ਵਾਲਾ ਕੀ ਹੋਣਾ ਆ? ਕਿਉਂ? ਅੰਦਰ ਮੈਲ ਦੇ ਨਾਲ ਅੰਦਰੋਂ ਭਰਿਆ ਪਿਆ ਆ, ਅੰਦਰ ਉਹਦੇ ਇੰਨੇ ਭੈੜੇ ਕਰਮ ਉਹਨੇ ਆਪਣੇ ਇਕੱਠੇ ਕੀਤੇ ਹੋਏ ਆ, ਕਹਿੰਦੇ ਉਹ ਦੇਖਣ ਯੋਗ ਹੀ ਨਹੀਂ ਰਹਿੰਦਾ। ਸੰਤਨ ਕੈ ਦੁਖਨ ਕਾਗ ਜਿਉ ਲਵੈ। ਸੰਗਤ ਦੀ ਨਿੰਦਿਆ ਕਰਦਾ ਹੈ ਨਾ, ਜਿਵੇਂ ਕਾਂ ਹੁੰਦਾ ਹੈ ਨਾ, ਘਰ ਘਰ ਜਾ ਕੇ ਕਾਂ ਕਰਦਾ ਰਹਿੰਦਾ ਆ, ਕਿੰਨਾ ਰੌਲਾ ਪਾਉਂਦਾ ਆ, ਜਿੱਥੇ ਜਾਊਗਾ ਉੱਥੇ ਬਸ ਜਾ ਕੇ ਕਾਂ ਹੀ ਕਰਦੇ ਰਹਿਣਾ ਹੈ। ਉਹਨੇ ਕੰਮ ਹੀ ਉਹਦਾ ਇਹ ਆ, ਕਾਂ ਹੀ ਕਰਨਾ, ਉਹਨੇ ਹੋਰ ਕੀ ਕਰਨਾ ਹੈ? ਉਹਨੂੰ ਉਸ ਤੋਂ ਇਲਾਵਾ ਆਉਂਦਾ ਹੀ ਕੀ ਆ? ਕਹਿੰਦੇ ਸੰਤਨ ਕਹਿ ਦੁਖਨ ਕਾਗ ਜਿਉ ਲਵੈ। ਕਹਿੰਦੇ ਬਸ ਜਿਹੜਾ ਸੰਤ ਦਾ ਨਿੰਦਕ ਆ ਨਾ, ਦੁਖੀ ਆ, ਉਹ ਉਸ ਕਾਂ ਦੀ ਤਰ੍ਹਾਂ ਘਰ ਘਰ ਜਾ ਕੇ ਮੂੰਹ ਹੀ ਮਾਰਦਾ ਆ। ਮੂੰਹ ਕਿਵੇਂ ਮਾਰਦਾ ਆ? ਕਿ ਉਹਨੂੰ ਹੁਣ ਆਦਤ ਪੈ ਗਈ ਨਿੰਦਿਆ ਕਰਨ ਦੀ ਨਾ, ਉਹ ਜਿਹੜੀ ਆਦਤ ਆ ਨਾ, ਆਦਤ ਛਡਾਉਣੀ ਬਹੁਤ ਔਖੀ ਆ। ਨਸ਼ੇੜੀ ਹੁੰਦਾ ਹੈ ਨਾ, ਉਹ ਇੱਕ ਵਾਰੀ ਨਸ਼ਾ ਕਰਨ ਲੱਗ ਜਾਏ ਨਾ, ਉਹਦਾ ਨਸ਼ਾ ਛਡਾਉਣਾ ਬਹੁਤ ਔਖਾ ਹੈ। ਕਿਉਂ? ਨਸ਼ਾ ਲੱਗ ਗਿਆ ਹੈ। ਹੁਣ ਨਸ਼ਾ ਛਡਾਉਣਾ ਬਹੁਤ ਔਖਾ ਆ, ਉਹਨੂੰ ਨਸ਼ੇ ਤੋਂ ਬਚਾਉਣਾ ਬਹੁਤ ਔਖਾ ਆ। ਬਸ ਇਸੇ ਤਰੀਕੇ ਨਾਲ ਜਿਹੜਾ ਨਿੰਦਕ ਆ ਨਾ, ਉਹਨੂੰ ਨਿੰਦਿਆ ਕਰਨ ਦਾ ਨਸ਼ਾ ਲੱਗ ਚੁੱਕਾ ਆ। ਕਹਿੰਦੇ ਹੁਣ ਉਹਦਾ ਨਸ਼ਾ ਛਡਾਉਣਾ ਨਾ, ਨਿੰਦਿਆ ਦਾ ਨਸ਼ਾ ਛਡਾਉਣਾ ਬਹੁਤ ਔਖਾ ਆ। ਹੁਣ ਉਹ ਘਰ ਘਰ ਜਾ ਕੇ ਲੋਕਾਂ ਦੀ ਨਿੰਦਿਆ ਕਰਦਾ ਆ। ਕਾਗ ਜਿਉ ਲਵੈ, ਕਾਂ ਦੀ ਤਰ੍ਹਾਂ ਮੂੰਹ ਮਾਰਨ ਦਾ ਕੀ ਮਤਲਬ? ਕਿ ਉਹ ਘਰ ਘਰ ਜਾ ਕੇ ਲੋਕਾਂ ਦੀ ਨਿੰਦਿਆ ਕਰਦਾ ਆ। ਜਿਹਦੀ ਵੀ ਨਿੰਦਿਆ ਕਰੂਗਾ, ਮਤਲਬ ਪਰ ਨਿੰਦਾ ਪਰ ਮਲ ਮੁਖ ਸੁਧੀ। ਗੁਰੂ ਸਾਹਿਬ ਜੀ ਪਤਾ ਕੀ ਕਹਿੰਦੇ ਆ? ਕਿ ਜਿਹੜਾ ਵੀ ਇਨਸਾਨ ਪਰਾਈ ਨਿੰਦਿਆ ਕਰਦਾ ਹੈ ਨਾ, ਪਰਾਈ ਜਿਸ ਦੀ ਨਿੰਦਿਆ ਕਰ ਰਿਹਾ ਹੈ ਨਾ, ਕਹਿੰਦੇ ਕਿ ਉਹਦੀ ਲੈਟਰਿਨ ਖਾਣ ਦੇ ਬਰਾਬਰ ਆ। ਉਹ ਪਰਾਏ ਬੰਦੇ ਦੀ ਨਿੰਦਿਆ ਕਰ ਰਿਹਾ ਹੈ ਨਾ, ਇਹਦਾ ਮਤਲਬ ਕਿ ਉਸ ਪਰਾਏ ਬੰਦੇ ਦੀ ਲੈਟਰਿਨ ਖਾ ਰਿਹਾ ਹੈ, ਟਾਇਲਟ ਵਿੱਚ ਮੂੰਹ ਮਾਰ ਰਿਹਾ ਹੈ। ਪਰ ਨਿੰਦਾ ਪਰ ਮਲ ਮੁਖ ਸੁਧੀ। ਹੁਣ ਕਹਿੰਦੇ ਤੂੰ ਘਰ ਘਰ ਜਾ ਕੇ ਲੋਕਾਂ ਦੀ ਨਿੰਦਿਆ ਕਰ ਰਿਹਾ ਹੈ, ਮਤਲਬ ਤੂੰ ਲੋਕਾਂ ਦੀਆਂ ਲੈਟਰਿਨਾਂ ਵਿੱਚ ਜਾ ਕੇ ਮੂੰਹ ਮਾਰ ਰਿਹਾ ਹੈ। ਮਤਲਬ ਠੇਕਾ ਚੁੱਕਿਆ ਹੋਇਆ ਹੈ ਕਿ ਮੈਂ ਇਹਦੀ ਨਿੰਦਿਆ ਕਰਨੀ ਆ, ਇਹਦੀ ਲੈਟਰਿਨ ਵਿੱਚ ਮੂੰਹ ਮਾਰਨਾ ਹੈ, ਜਿੰਨਾ ਵੀ ਇਹਦਾ ਗੰਦ ਹੈ ਨਾ, ਸਾਰਾ ਮੈਂ ਆਪਣੇ ਸਿਰ ਤੇ ਚੁੱਕਣਾ ਹੈ। ਹੁਣ ਜਿਹਦੀ ਨਿੰਦਿਆ ਕਰ ਰਿਹਾ ਹੈ, ਉਹਨੂੰ ਤਾਂ ਕੋਈ ਨੁਕਸਾਨ ਨਹੀਂ ਆ, ਉਲਟਾ ਉਹਦਾ ਤਾਂ ਫਾਇਦਾ ਹੋ ਰਿਹਾ ਹੈ। ਉਹਦੇ ਮਾੜੇ ਕਰਮ ਹੋਣਗੇ, ਉਹ ਧੁੱਪੀ ਜਾ ਰਹੇ ਆ। ਇੱਕ ਪਾਸੇ ਕੋਈ ਚੰਗਾ ਕਰਮ ਆ ਕਿ ਉਹਨੂੰ ਕੋਈ ਨਿੰਦਿਆ ਕਰਨ ਵਾਲਾ ਤਾਂ ਮਿਲਿਆ, ਉਹਦੀ ਨਿੰਦਿਆ ਕਰਨ ਵਾਲਾ ਤਾਂ ਮਿਲਿਆ। ਹੁਣ ਉਹ ਜਿਹੜੇ ਉਹਦੇ ਕਰਮ ਆ, ਮਾੜੇ ਭੈੜੇ ਕਰਮ ਹੋਣਗੇ, ਉਹ ਸਾਰੇ ਖਤਮ ਹੋਈ ਜਾਣੇ ਆ। ਤੇ ਜਿਹੜਾ ਕਰ ਰਿਹਾ ਆ, ਉਹਨੇ ਉਹ ਕਰਮ, ਉਹ ਪੰਡ ਸਾਰੀ, ਉਹ ਭਾਰ ਸਾਰਾ ਆਪਣੇ ਸਿਰ ਤੇ ਚੁੱਕ ਲਿਆ। ਕਹਿੰਦੇ ਬਸ ਜਿਵੇਂ ਕਾਂ ਘਰ ਘਰ ਜਾ ਕੇ ਮੂੰਹ ਮਾਰਦਾ ਫਿਰਦਾ ਨਾ, ਕਾਂ ਕਰਦਾ ਆ, ਤੂੰ ਵੀ ਉਵੇਂ ਹੀ ਲੋਕਾਂ ਦੇ ਘਰਾਂ ਜਾ ਕੇ ਉਹਨਾਂ ਦੇ ਲੈਟਰਿਨਾਂ ਵਿੱਚ ਮੂੰਹ ਮਾਰਦਾ ਹੈ। ਸੰਤਨ ਕਹਿ ਦੁਖਨ ਸਰਪ ਜੋਨ ਪਾਏ। ਸੰਗਤ ਦਾ ਨਿੰਦਕ ਹੁੰਦਾ ਹੈ ਨਾ, ਉਹ ਕਹਿੰਦੇ ਸੱਪ ਦੀ ਜੂਨ ਵਿੱਚ ਪੈਂਦਾ ਹੈ। ਸੰਤਨ ਕਹਿ ਦੁਖਨ ਸਰਪ ਜੋਨ ਪਾਏ, ਫਿਰ ਕਹਿੰਦੇ ਉਹਨੇ ਸੱਪ ਦੀ ਜੂਨ ਵਿੱਚ ਹੀ ਪੈਣਾ ਆ। ਸੰਤ ਕਹਿ ਦੁਖਨ ਤ੍ਰਿਗਦ ਜੋਨ ਕਿਰਮਾਏ। ਤ੍ਰਿਗਦ ਜੋਨ, ਜਿਹੜੇ ਛੋਟੇ ਛੋਟੇ ਤ੍ਰਿਗਦ ਜੋਨ ਹੁੰਦੇ, ਜਿਹੜੇ ਛੋਟੇ ਛੋਟੇ ਕੀੜੇ ਹੁੰਦੇ ਆ ਨਾ, ਕਿਰਮ ਹੁੰਦੇ ਆ, ਕਿਰਮਾਏ ਕਿਰਮ ਹੁੰਦੇ ਆ ਤ੍ਰਿਗਦ। ਜਿਵੇਂ ਉਹ ਕੀੜੇ ਮਕੌੜੇ ਹੋ ਗਏ, ਕਾਕਰੋਚ ਹੋ ਗਏ, ਉਹ ਜਿਹੜੇ ਟਾਇਲਟ ਵਿੱਚ ਤੁਰੇ ਫਿਰਦੇ ਹੁੰਦੇ ਨਾ ਕੀੜੇ, ਕਹਿੰਦੇ ਤੂੰ ਉਹ ਕੀੜਾ ਬਣਨਾ ਹੈ। ਸੰਤਨ ਕਹਿ ਦੁਖਨ ਤ੍ਰਿਗਦ ਜੋਨ ਕਿਰਮਾਏ। ਉਹ ਜਿਹੜੇ ਕੀੜੇ ਕਾਕਰੋਚ ਲੈਟਰਿਨਾਂ ਵਿੱਚ ਤੁਰੇ ਫਿਰਦੇ ਆ ਨਾ, ਟਾਇਲਟ ਵਿੱਚ ਤੁਰੇ ਫਿਰਦੇ ਆ, ਤੂੰ ਉਹ ਕੀੜਿਆਂ ਦੀ ਜੂਨ ਵਿੱਚ ਪਏਗਾ। ਸੰਤਨ ਕਹਿ ਦੁਖਨ ਤ੍ਰਿਸ਼ਨਾ ਮਹਿ ਜਲੈ। ਜਿਹੜਾ ਸੰਤ ਦਾ ਦੁਖੀ ਹੁੰਦਾ ਹੈ ਨਾ, ਨਿੰਦਕ ਹੁੰਦਾ ਹੈ, ਉਹ ਤ੍ਰਿਸ਼ਨਾ ਵਿੱਚ ਸੜਦਾ ਰਹਿੰਦਾ ਹੈ, ਤ੍ਰਿਸ਼ਨਾ ਦੀ ਅੱਗ ਵਿੱਚ ਹਮੇਸ਼ਾ ਹੀ ਸੜਦਾ ਰਹਿੰਦਾ ਹੈ। ਸੰਤ ਕਹਿ ਦੁਖਨ ਸਭ ਕੋ ਛਲੈ। ਫਿਰ ਕਹਿੰਦੇ ਕਿ ਉਹਦਾ ਇੱਕ ਇਹ ਬੜੀ ਆਦਤ ਹੁੰਦੀ ਹੈ ਕਿ ਸਭ ਨੂੰ ਛਲਣ ਦੀ ਕੋਸ਼ਿਸ਼ ਕਰਦਾ ਹੈ। ਸੰਤ ਕਹਿ ਦੁਖਨ ਸਭ ਕੋ ਛਲੈ,
ਉਹ ਹਰ ਇੱਕ ਇਨਸਾਨ ਨੂੰ ਛੱਡਣ ਦੀ ਕੋਸ਼ਿਸ਼ ਕਰਦਾ ਆ। ਉਹਨੂੰ ਲੱਗਦਾ ਕਿ ਸ਼ਾਇਦ ਮੈਂ ਸਹੀ ਆ ਤੇ ਮੈਂ ਇਹਨੂੰ ਆਪਣੀਆਂ ਗੱਲਾਂ ਦੇ ਜਾਲ ਵਿੱਚ ਫਸਾ ਲਊਂਗਾ ਤੇ ਇਹਦੇ ਤੇ ਆਪਣਾ ਰੋਹਬ ਝਾੜੂੰਗਾ, ਜਾਂ ਇਹਦੇ ਕੋਲ ਆ ਕੇ ਮੈਂ ਦੂਜਿਆਂ ਦੀ ਨਿੰਦਿਆ ਕਰੂੰਗਾ, ਇਹਨੂੰ ਭੜਕਾਊਂਗਾ ਉਹਦੇ ਖਿਲਾਫ। ਦੁਨੀਆ ਨੂੰ ਛੱਡਣ ਦੀ ਕੋਸ਼ਿਸ਼ ਕਰਦਾ ਹੈ, ਆਪਣੇ ਵੱਸ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੰਤ ਕਹਿ ਦੁਖਨ ਤੇਜ ਸਭ ਜਾਏ, ਕਹਿੰਦੇ ਫਿਰ ਉਹਦਾ ਜਿਹੜਾ ਵੀ ਤੇਜ ਪ੍ਰਤਾਪ ਜਾਂ ਉਹਦਾ ਹੋਊਗਾ ਨਾ, ਗੁਰੂ ਸਾਹਿਬ ਜੀ ਕਹਿੰਦੇ ਸਭ ਖਤਮ ਹੋ ਗਿਆ। ਸੰਤ ਕਹਿ ਦੁਖਨ ਤੇਜ ਸਭ ਜਾਏ, ਉਹਦਾ ਚਿਹਰੇ ਤੇ ਥੋੜਾ ਬਹੁਤ ਨੂਰ ਹੋਊਗਾ, ਜਾਂ ਚਿਹਰਾ ਆ ਉਹ ਥੋੜਾ ਬਹੁਤ ਸੋਹਣਾ ਲੱਗਦਾ ਹੋਊਗਾ। ਜਦੋਂ ਨਿੰਦਿਆ ਨਹੀਂ ਸੀ ਕਰਦਾ, ਕੁਛ ਤਾਂ ਹੋ ਗਈ ਉਹਦੇ ਚਿਹਰੇ ਤੇ, ਥੋੜਾ ਬਹੁਤ ਚਾਨਣ ਹੋਊਗਾ, ਜੇ ਕਹਿ ਲਈ ਕਿ ਸਾਫ਼ ਹੋਊਗਾ। ਗੁਰੂ ਸਾਹਿਬ ਜੀ ਕਹਿੰਦੇ ਉਹ ਜੋ ਵੀ ਹੈਗਾ ਹੈ ਨਾ, ਸਭ ਖਤਮ ਹੋ ਗਿਆ। ਮੂੰਹ ਹੀ ਭ੍ਰਸ਼ਟਿਆ ਗਿਆ, ਜਦੋਂ ਦੇਖਣ ਯੋਗ ਹੀ ਨਹੀਂ ਰਹਿ ਗਿਆ। ਫਿਰ ਕਹਿੰਦੇ ਬਸ ਉਹ ਭ੍ਰਸ਼ਟਿਆ ਆ, ਹੁਣ ਉਹਦਾ ਚਿਹਰਾ ਵੀ ਭ੍ਰਸ਼ਟਿਆ ਆ, ਕੋਈ ਤੇਜ ਪ੍ਰਤਾਪ ਨਹੀਂ ਉਹਦੇ ਚਿਹਰੇ ਤੇ, ਕੁਛ ਨਹੀਂ ਹੈਗਾ। ਸੰਤ ਕਹਿ ਦੁਖ ਦੁਖਨ ਨੀਚ ਨੀਚਾਈ, ਕਹਿੰਦੇ ਉਹ ਜਿਹੜਾ ਹੁਣ ਉਹ ਸੰਗਤ ਦਾ ਦੁੱਖ ਹੀ ਹੈ ਨਾ, ਉਹ ਨੀਚਾਂ ਤੋਂ ਵੀ ਨੀਚ ਬਣ ਜਾਂਦਾ ਹੈ, ਨੀਚ ਤੋਂ ਵੀ ਨੀਚ ਕਰਮ ਕਰਦਾ ਹੈ, ਨੀਵੇਂ ਤੋਂ ਵੀ ਨੀਵੇਂ ਕਰਮ ਕਰਦਾ ਹੈ, ਮਤਲਬ ਭੈੜੇ ਤੋਂ ਵੀ ਭੈੜੇ। ਫਿਰ ਉਹਨੇ ਕੰਮ ਕੁਛ ਕਰਨ ਲੱਗਿਆ ਦੇਖਣਾ ਥੋੜੀ ਕਿ ਮੈਂ ਕੀ ਕਰ ਰਿਹਾ ਆ। ਹੁਣ ਸੰਗਤ ਦੀ ਨਿੰਦਿਆ ਕਰਨ ਲੱਗਿਆ, ਉਹਨੂੰ ਨਿੰਦਿਆ ਕਰਨ ਲੱਗੀ ਦੇਖਣਾ ਥੋੜੀ ਆ ਕਿ ਮੈਂ ਨਿੰਦਿਆ ਕਰਕੇ ਦੀ ਰਿਹਾ ਆ, ਮੈਂ ਮਾੜਾ ਬੋਲ ਕੇ ਦੇ ਬਾਰੇ ਰਿਹਾ ਆ। ਉਹ ਨਿੰਦਕ ਦੀ ਆਦਤ ਇਵੇਂ ਦੀ ਹੁੰਦੀ ਹੈ ਕਿ ਹੁਣ ਜਿਹੜੇ ਬੰਦੇ ਨੇ ਸਾਡੇ ਲਈ ਇਹਨਾਂ ਕੰਮ ਕੀਤਾ ਹੋਵੇ ਨਾ, ਇਹ ਆਦਤ ਆ ਇੱਕ ਨਿੰਦਕ ਦੀ। ਇਹ ਮੈਂ ਆਪਣੀ ਅੱਖਾਂ ਦੇ ਨਾਲ ਇਹ ਚੀਜ਼ ਦੇਖੀ ਵੀ ਆ ਕਿ ਉਹ ਭਾਵੇਂ ਉਸ ਇਨਸਾਨ ਨੇ ਸਾਡੇ ਲਈ ਇੰਨਾ ਕੁਛ ਕੀਤਾ ਵੀ ਹੋਵੇ ਨਾ, ਸਾਡੇ ਲਈ ਆਪਣੀ ਜਾਨ ਵਾਰਨ ਤੱਕ ਵੀ ਗਿਆ ਹੋਵੇ, ਪਰ ਜਦੋਂ ਹੀ ਆਪਣੀ ਮਤ ਨਾਲ ਹੁਣ ਜਿੰਨਾ ਟਾਈਮ ਤੋਂ ਉਹਨੇ ਕੰਮ ਕੀਤਾ ਆ, ਉਹਨਾਂ ਟਾਈਮ ਤਾਂ ਅਸੀਂ ਉਹਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ। ਹੁਣ ਜਿਹੜਾ ਕੋ ਉਹਨੇ ਕੰਮ ਕਰਨਾ ਬੰਦ ਕਰ ਦਿੱਤਾ ਜਾਂ ਕੰਮ ਹੀ ਖਤਮ ਹੋ ਗਿਆ, ਹੁਣ ਲੋੜ ਹੀ ਨਹੀਂ ਆ, ਆਪਣੀ ਮੱਤ ਵਰਤੀ, ਅਸੀਂ ਉਹਦੀ ਨਿੰਦਿਆ, ਉਲਟੀ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਆਪਣੀ ਮੱਤ ਆ ਗਈ ਨਾ ਵਿੱਚ, ਕਿਉਂਕਿ ਆਪਣੀ ਮੱਤ ਦੇ ਨਾਲ ਜਦੋਂ ਅਸੀਂ ਸੋਚਿਆ ਉਹ ਸਹੀ ਸੀ, ਜਦੋਂ ਅਸੀਂ ਸੋਚਣ ਲੱਗੇ ਕਿ ਉਹ ਗਲਤ ਆ ਤੇ ਉਹ ਗਲਤ ਹੋ ਗਿਆ। ਮਤਲਬ ਅਸੀਂ ਇੰਨੇ ਸਿਆਣੇ ਹੋ ਗਏ, ਨਿੰਦਕ ਹੀ ਇੰਨਾ ਸਿਆਣਾ ਹੋ ਗਿਆ ਕਿ ਉਹਨੇ ਕਹਿ ਦਿੱਤਾ ਕਿ ਆਹ ਬੰਦਾ ਗਲਤ ਆ ਤੇ ਉਹ ਗਲਤ ਹੋ ਗਿਆ। ਉਹਨੇ ਕਹਿ ਦਿੱਤਾ ਕਿ ਨਹੀਂ ਆਹ ਸਹੀ ਆ ਤੇ ਸਹੀ ਹੋ ਗਿਆ। ਫਿਰ ਕਹਿੰਦੇ ਕਿ ਉਹਨੇ ਹੁਣ ਨਿੰਦਿਆ ਕਰਨ ਲੱਗਿਆ ਦੇਖਣਾ ਨਹੀਂ ਕਿ ਮੈਂ ਕਰਕੇ ਦੀ ਰਿਹਾ ਹੈ। ਇਹ ਸੰਗਤ ਆ ਜਿਹੜੀ ਬੈਠ ਕੇ ਵਾਹਿਗੁਰੂ ਦਾ ਨਾਮ ਜਪਦੀ ਆ, ਵਾਹਿਗੁਰੂ ਦੀ ਭਗਤੀ ਕਰ ਰਹੀ ਆ, ਮੈਂ ਉਹਦੀ ਨਿੰਦਿਆ ਕਰ ਰਿਹਾ ਆ। ਗੁਰੂ ਸਾਹਿਬ ਜੀ ਕਹਿੰਦੇ ਉਹ ਭੈੜੇ ਤੋਂ ਭੈੜੇ ਕਰਮ ਕਰਦਾ ਹੈ, ਪਰ ਉਹਨੇ ਕਰਨ ਲੱਗਿਆ ਸੋਚਣਾ ਨਹੀਂ ਹੈ। ਸੰਤ ਦੋਖੀ ਕਾ ਥਾਉ ਕੋ ਨਾਹੀ, ਕਹਿੰਦੇ ਜਿਹੜਾ ਸੰਤ ਦਾ ਦੋਖੀ ਹੈ ਨਾ, ਉਹਦਾ ਕੋਈ ਥਾਂ ਨਹੀਂ ਹੈ, ਕੋਈ ਥਾਂ ਟਿਕਾਣਾ ਨਹੀਂ ਹੈ, ਕੋਈ ਉਹਦਾ ਆਸਰਾ ਨਹੀਂ ਹੈ, ਕੋਈ ਉਹਦਾ ਥਾਂ ਟਿਕਾਣਾ ਨਹੀਂ ਹੈ। ਨਾ ਤਾਂ ਉਹਨੂੰ ਕਿਸੇ ਨੇ ਆਸਰਾ ਦੇਣਾ ਹੀ ਆ, ਆਸਰਾ ਕੌਣ ਦਵੇ। ਹੁਣ ਨਿੰਦਿਆ ਕਰਕੇ ਦੀ ਰਿਹਾ ਹੈ ਸੰਗਤ ਦੀ, ਵਾਹਿਗੁਰੂ ਦੀ। ਹੁਣ ਕਹਿੰਦੇ ਸੰਤ ਦੋਖੀ ਕਾ ਥਾਉ ਕੋ ਨਾਹੀ, ਕੋਈ ਥਾਂ ਟਿਕਾਣਾ ਨਹੀਂ, ਕੋਈ ਆਸਰਾ ਨਹੀਂ ਆ। ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ, ਕਹਿੰਦੇ ਜੇ ਸੰਗਤ ਚਾਹੇ ਤਾਂ ਉਹ ਵੀ ਬਚ ਸਕਦਾ ਹੈ, ਉਹ ਵੀ ਇਸ ਨਿੰਦਿਆ ਤੋਂ, ਇਹਨਾਂ ਭੈੜੇ ਕਰਮਾਂ ਤੋਂ ਬਚ ਸਕਦਾ ਹੈ, ਇਹਨਾਂ ਵਿਕਾਰਾਂ ਤੋਂ ਬਚ ਸਕਦਾ ਹੈ, ਸੰਸਾਰ ਸਮੁੰਦਰ ਤੋਂ। ਇਹ ਜਿਹੜਾ ਜ਼ਹਿਰ ਆ ਨਾ, ਗੁਰੂ ਸਾਹਿਬ ਜੀ ਕਹਿੰਦੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ, ਕਹਿੰਦੇ ਸੰਗਤ ਚਾਹੇ ਤਾਂ ਉਹਨੂੰ ਵੀ ਬਚਾ ਸਕਦੀ ਹੈ। ਸੰਤ ਕਾ ਨਿੰਦਕ ਮਹਾ ਅਤਾਈ, ਜਿਹੜਾ ਸੰਤ ਦਾ ਨਿੰਦਕ ਹੁੰਦਾ ਹੈ ਨਾ, ਕਹਿੰਦੇ ਬੜੀ ਉਹਨੇ ਅੱਤ ਚੁੱਕੀ ਹੁੰਦੀ ਆ। ਇੱਕ ਵਾਰੀ ਉਹ ਆਪਣੀ ਪੂਰੀ ਵਾਹ ਲਾ ਦਿੰਦਾ ਆ, ਪੂਰਾ ਜ਼ੋਰ ਲਾ ਦਿੰਦਾ ਕਿ ਮੈਂ ਮਤਲਬ ਨਿੰਦਿਆ ਕਰ ਰਿਹਾ ਹੈ ਨਾ, ਉਹਨੇ ਕੋਈ ਕਸਰ ਨਹੀਂ ਛੱਡਣੀ, ਉਹਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ। ਸੰਤ ਕਾ ਨਿੰਦਕ ਮਹਾ ਅਤਾਈ, ਗੁਰੂ ਸਾਹਿਬ ਜੀ ਕਹਿੰਦੇ ਉਹਨੇ ਪੂਰੀ ਅੱਤ ਚੁੱਕੀ ਹੁੰਦੀ ਆ। ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ, ਕਹਿੰਦੇ ਉਹ ਇੱਕ ਖਿਨ ਲਈ, ਇੱਕ ਪਲ ਲਈ ਵੀ ਟਿਕ ਨਹੀਂ ਸਕਦਾ। ਜਿਵੇਂ ਬੜਾ ਬਿਜ਼ਨਸ ਖੋਲਿਆ ਹੁੰਦਾ ਨਾ, ਬਿਜ਼ਨਸਮੈਨ ਹੁੰਦੇ ਆ, ਹੁਣ ਉਹਨਾਂ ਨੇ ਬਿਜ਼ਨਸ ਖੋਲਿਆ ਆ, ਉਹ ਇੱਕ ਮਿੰਟ ਵੀ ਨਹੀਂ ਬਹਿੰਦੇ, ਦਿਨ ਰਾਤ ਇੱਕ ਕਰ ਦਿੰਦੇ ਆਪਣੇ ਬਿਜ਼ਨਸ ਨੂੰ ਖੜਾ ਕਰਨ ਲਈ। ਕਹਿੰਦੇ ਬਸ ਨਿੰਦਕ ਨੇ ਜਿਵੇਂ ਇੱਕ ਬੜਾ ਵੱਡਾ ਬਿਜ਼ਨਸ ਖੋਲਿਆ ਹੁੰਦਾ ਨਾ, ਕਿ ਹਾਂ ਮੈਂ ਨਿੰਦਿਆ ਕਰਨ ਦਾ ਬਿਜ਼ਨਸ ਖੋਲਿਆ ਹੈ, ਲੋਕਾਂ ਦਾ ਗੰਦ ਚੁੱਕਣ ਦਾ ਬਿਜ਼ਨਸ ਖੋਲਿਆ ਇਹਨੇ। ਬਸ ਕਹਿੰਦੇ ਹੁਣ ਉਹ ਇੰਨਾ ਬਿਜ਼ੀ ਹੋ ਗਿਆ ਆ, ਇੰਨਾ ਵਿਅਸਤ ਹੋ ਗਿਆ ਆ ਕਿ ਉਹ ਆਪਣਾ ਇੱਕ ਮਿੰਟ ਵੀ ਨਹੀਂ ਗਵਾਉਂਦਾ। ਲਾਭ ਜੋ ਮਿਲ ਰਿਹਾ ਉਹਨੂੰ ਨਿੰਦਿਆ ਕਰਕੇ, ਉਹਨੂੰ ਆਨੰਦ ਆ ਰਿਹਾ ਨਾ, ਰਸ ਆ ਰਿਹਾ ਹੈ।
ਹੁਣ ਇਹ ਜਿਹੜੀ ਰਸਨਾ ਆ, ਮਿਲੀ ਤਾਂ ਵਾਹਿਗੁਰੂ ਦਾ ਨਾਮ ਜਪਣ ਲਈ ਸੀ, ਪਰ ਉਹ ਰਸਨਾ ਕਿਸੇ ਹੋਰ ਹੀ ਰਸ ਵਿੱਚ ਲੱਗ ਚੁੱਕੀ ਆ। ਹੁਣ ਕਹਿੰਦੇ ਉਹ ਇੱਕ ਬਿਜ਼ਨਸ ਬਣ ਗਿਆ ਉਹਦਾ, ਉਹਨੂੰ ਆਨੰਦ ਆ ਰਿਹਾ ਹੈ ਨਾ, ਕਹਿੰਦੇ ਉਹ 1 ਮਿੰਟ ਵੀ ਨਹੀਂ ਗਵਾਉਂਦਾ। ਉਹਦੇ ਲਈ ਇੱਕ ਮਿੰਟ ਕੀਮਤੀ ਆ। ਉਹਨੂੰ ਹੁੰਦਾ ਕਿ ਮੈਂ ਜਿੰਨਿਆਂ ਨੂੰ ਜਾ ਕੇ ਦੱਸ ਦਵਾਂ ਨਾ, ਉਨਾ ਹੀ ਚੰਗਾ ਆ। ਉਹ ਜਿੰਨੀ ਦੇਰ 10-12 ਜਾਣਿਆਂ ਕੋਲ ਜਾ ਕੇ ਗੱਲ ਹੀ ਨਾ ਕਰ ਦਿੰਦਾ, ਉਹਨੂੰ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਠੰਡ ਨਹੀਂ ਪੈਂਦੀ ਉਹਦੇ ਅੰਦਰ, ਉਹ ਕਰਕੇ ਹੀ ਸਾਹ ਲੈਂਦਾ ਆ। ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ, ਕਹਿੰਦੇ ਕਿ ਉਹ 1 ਮਿੰਟ ਵੀ ਨਹੀਂ ਟਿਕਦਾ, ਟਿਕ ਕੇ ਬਹਿ ਹੀ ਨਹੀਂ ਸਕਦਾ। ਸੰਤ ਕਾ ਨਿੰਦਕ ਮਹਾ ਹਤਿਆਰਾ, ਕਹਿੰਦੇ ਕਿ ਜਿਹੜਾ ਸੰਗਤ ਦਾ ਨਿੰਦਕ ਆ ਨਾ, ਬੜਾ ਹਥਿਆਰਾ ਹੁੰਦਾ ਆ। ਹਥਿਆਰਾ ਕੀ ਹੁੰਦਾ ਆ? ਜਿਹੜਾ ਕਤਲ ਕਰ ਦਿੰਦੇ ਆ, ਕਤਲ ਕਰਦੇ ਆ ਨਾ, ਉਹਨੂੰ ਹਥਿਆਰਾ ਕਹਿੰਦੇ ਆ। ਕਹਿੰਦੇ ਸੰਤ ਕਾ ਨਿੰਦਕ ਮਹਾ ਹਥਿਆਰਾ, ਉਹ ਕਹਿੰਦੇ ਬੜਾ ਜ਼ਾਲਮ ਆ। ਜਿਹੜਾ ਨਿੰਦਕ ਹੁੰਦਾ ਨਾ, ਬੜਾ ਜ਼ਾਲਮ ਹੁੰਦਾ ਆ। ਇਹ ਕਰਨ ਲੱਗਿਆ ਕੁਛ ਨਹੀਂ ਵੇਂਦਾ ਕਿ ਮੈਂ ਕਿਸੇ ਦੀ ਨਿੰਦਿਆ ਕਰਨ ਲੱਗਾ ਆ, ਉਹਨੂੰ ਕਿਵੇਂ ਦਾ ਮਹਿਸੂਸ ਹੋਊਗਾ, ਜਾਂ ਉਹਨੂੰ ਗੱਲ ਟੱਚ ਨਾ ਕਰ ਜਾਏ, ਉਹ ਦੁਖੀ ਨਾ ਹੋ ਜਾਏ। ਉਹ ਭਾਵੇਂ ਕਿਸੇ ਦੇ ਹਿਰਦੇ ਨੂੰ ਸਾੜ ਵੀ ਦਵੇ ਨਾ, ਉਹਨੂੰ ਤਾਂ ਵੀ ਕੋਈ ਪਰਵਾਹ ਨਹੀਂ। ਕਿਉਂ? ਸੰਗਤ ਦੀ ਨਿੰਦਿਆ ਕਰ ਰਿਹਾ ਆ, ਫਿਰ ਉਹਨੂੰ ਕਿਸੇ ਦੀ ਨਿੰਦਿਆ ਕਰਨ ਲੱਗਿਆ, ਉਹਨੂੰ ਕੀ ਫਰਕ? ਸੰਤ ਕਾ ਨਿੰਦਕ ਮਹਾ ਹਥਿਆਰਾ, ਕਹਿੰਦੇ ਬੜਾ ਵੱਡਾ ਹਥਿਆਰਾ, ਬੜਾ ਵੱਡਾ ਜ਼ਾਲਮ ਆ। ਕੁਛ ਨਹੀਂ ਦੇਖਦਾ, ਬਸ ਜੋ ਮੂੰਹ ਦੇ ਵਿੱਚ ਆਇਆ, ਉਹ ਜਿੰਨੇ ਉਹਨੇ ਲਫ਼ਜ਼ ਬੋਲਣੇ ਆ ਨਾ, ਜਿੰਨੇ ਬੋਲ ਬੋਲਣੇ ਆ ਮਾੜੇ, ਉਹਨੇ ਬੋਲਦੇ ਹੀ ਜਾਣਾ ਹੈ, ਰੁਕਣਾ ਨਹੀਂ ਹੈ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਕਹਿੰਦੇ ਹੁਣ ਅਸਲ ਵਿੱਚੋਂ ਜਿਹੜਾ ਨਿੰਦਕ ਆ ਨਾ, ਉਹ ਵਾਹਿਗੁਰੂ ਵੱਲੋਂ ਹੀ ਮਾਰਿਆ ਗਿਆ ਆ। ਪਹਿਲਾਂ ਗੁਰੂ ਸਾਹਿਬ ਜੀ ਨੇ ਕਿਹਾ ਨਾ ਕਿ ਉਹਨੂੰ ਸੰਗਤ ਨੇ ਮਾਰ ਦਿੱਤਾ, ਸੰਗਤ ਵੱਲੋਂ ਹੀ ਮਾਰਿਆ ਗਿਆ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਪਰਮੇਸ਼ਰ ਵੱਲੋਂ, ਵਾਹਿਗੁਰੂ ਵੱਲੋਂ ਹੀ ਮਾਰਿਆ ਗਿਆ ਆ। ਹੁਣ ਜੇ ਵਾਹਿਗੁਰੂ ਵੱਲੋਂ ਹੀ ਉਹ ਮਾਰਿਆ ਗਿਆ ਆ, ਫਿਰ ਉਹਦੇ ਪੱਲੇ ਕੀ ਰਹਿ ਗਿਆ? ਹੁਣ ਇਸ ਦੁਨੀਆ ਤੇ ਜੇ ਆਪਾਂ ਗੱਲ ਕਰਦੇ ਆ ਨਾ, ਇਸ ਦੁਨੀਆ ਤੇ ਇੱਕੋ ਇੱਕ ਜਗ੍ਹਾ ਆ। ਹੁਣ ਇੱਕ ਸੰਸਾਰ, ਇੱਕ ਸਮੁੰਦਰ ਆ, ਸਮੁੰਦਰ ਵਿੱਚੋਂ ਤੈਰਨ ਦੇ ਲਈ ਜਾਂ ਸਮੁੰਦਰ ਵਿੱਚੋਂ ਬਚਣ ਦੇ ਲਈ ਕੀ ਚਾਹੀਦਾ ਹੈ? ਇੱਕ ਬੇੜਾ ਤਾਂ ਚਾਹੀਦਾ ਹੀ ਆ। ਸਮੁੰਦਰ ਵਿੱਚੋਂ ਬਾਹਰ ਆਉਣਾ ਆ, ਉਹਦੇ ਤੋਂ ਕਿੱਥੇ ਆਵਾਂਗੇ? ਬੇੜੇ ਤੇ ਹੀ ਆਵਾਂਗੇ। ਬੇੜਾ ਚਾਹੀਦਾ ਹੈ ਸਾਨੂੰ। ਹੁਣ ਗੁਰੂ ਸਾਹਿਬ ਜੀ ਕਹਿੰਦੇ ਕਿ ਜੇ ਸੰਗਤ ਇੱਕ ਪੂਰੀ ਦੁਨੀਆ ਦੀ ਗੱਲ ਕਰਦੇ ਆ ਨਾ, ਪੂਰੀ ਦੁਨੀਆ ਵਿੱਚ ਸਿਰਫ ਪੂਰੀ ਦੁਨੀਆ ਸੰਸਾਰ ਆ, ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ। ਇਹ ਸਾਰਾ ਸੰਸਾਰ ਵਿਕਾਰਾਂ ਦਾ ਸਮੁੰਦਰ ਆ। ਨਿੰਦਿਆ ਹੋ ਗਈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, 5 ਵਿਕਾਰ ਆ। ਅੱਗੇ ਜਿੰਨੇ ਵੀ ਔਗਣ ਆ, ਨਿੰਦਿਆ, ਚੁਗਲੀ, ਸਾੜਾ, ਤ੍ਰਿਸ਼ਨਾ, ਤੇਰ ਮੇਰ, ਕਹਿੰਦੇ ਇਹ ਸਾਰਾ ਸੰਸਾਰ ਨਾ ਇਹਨਾਂ ਦੇ ਨਾਲ ਭਰਿਆ ਪਿਆ ਆ, ਸਮੁੰਦਰ ਆ ਵਿਕਾਰਾਂ ਦਾ, ਔਗਣਾਂ ਦਾ। ਹੁਣ ਇਹਨਾਂ ਔਗਣਾਂ ਤੋਂ ਬਚਣ ਦੇ ਲਈ ਕੁਛ ਤਾਂ ਚਾਹੀਦਾ ਆ। ਜੇ ਆਪਾਂ ਗੱਲ ਕਰੀਏ ਨਾ, ਇਸ ਦੁਨੀਆ ਦੇ ਵਿੱਚ, ਇਸ ਪੂਰੀ ਦੁਨੀਆ ਵਿੱਚ, ਪੂਰੇ ਸੰਸਾਰ ਵਿੱਚ ਸਿਰਫ ਇੱਕੋ ਇੱਕ ਜਗ੍ਹਾ ਆ, ਇੱਕੋ ਐਸੀ ਚੀਜ਼ ਆ ਜਿਹੜੀ ਸਾਨੂੰ ਬਚਾ ਸਕਦੀ ਆ। ਪੂਰੀ ਦੁਨੀਆ ਵਿੱਚ ਸਿਰਫ ਇੱਕੋ ਹੀ ਐਸੀ ਜਗ੍ਹਾ ਆ ਜਿੱਥੇ ਜਾ ਕੇ ਅਸੀਂ ਇਸ ਸੰਸਾਰ ਸਮੁੰਦਰ ਤੋਂ ਬਚ ਸਕਦੇ ਹਾਂ। ਉਹ ਕੀ ਆ? ਸੰਗਤ। ਦੁਨੀਆ ਵਿੱਚ ਜਿੱਥੇ ਮਰਜ਼ੀ ਚਲੇ ਜਾਈਏ, ਜਿੱਥੇ ਮਰਜ਼ੀ ਭਟਕ ਕੇ ਦੇਖ ਲਈਏ, ਜਿੰਨੀਆਂ ਮਰਜ਼ੀ ਠੋਕਰਾਂ ਖਾ ਕੇ ਦੇਖ ਲਓ, ਜਿੰਨੇ ਮਰਜ਼ੀ ਧੱਕੇ ਖਾ ਲਓ, ਭਾਵੇਂ ਜਿੱਥੇ ਮਰਜ਼ੀ ਕੰਧਾਂ ਵਿੱਚ ਵੀ ਵੱਜਦੇ ਫਿਰੋ ਨਾ, ਗੁਰੂ ਸਾਹਿਬ ਜੀ ਕਹਿੰਦੇ ਕਿਸੇ ਨੇ ਤੁਹਾਡੀ ਬਾਹ ਨਹੀਂ ਫੜਨੀ, ਕਿਸੇ ਨੇ ਤੁਹਾਨੂੰ ਬਚਾਉਣਾ ਨਹੀਂ ਆ। ਜਿੱਥੇ ਜਾਓਗੇ ਉਹ ਆਪਣਾ ਮਤਲਬ ਕੱਢੂਗਾ, ਉਹ ਬਸ ਮਤਲਬ ਕੱਢ ਕੇ ਤੁਹਾਨੂੰ ਇੱਕ ਵੇਸਟ ਪੇਪਰ ਦੀ ਤਰ੍ਹਾਂ ਨਾ, ਵਾਧੂ ਚੀਜ਼ ਦੀ ਤਰ੍ਹਾਂ ਤੁਹਾਨੂੰ ਸੁੱਟ ਦੇਣਾ ਹੈ ਉਹਨੇ। ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ, ਤੁਹਾਨੂੰ ਬਚਾਉਣਾ ਨਹੀਂ। ਕਿਉਂ? ਖੁਦ ਹੀ ਨਹੀਂ ਬਚਿਆ ਹੋਇਆ, ਤੁਹਾਨੂੰ ਕੀ ਬਚਾਊਗਾ? ਜਿਹੜਾ ਵਾਹਿਗੁਰੂ ਤੋਂ ਟੁੱਟਿਆ ਹੋਇਆ ਆ, ਉਹ ਤੁਹਾਨੂੰ ਕੀ ਬਚਾਊਗਾ? ਬਸ ਇੱਕੋ ਹੀ ਐਸੀ ਜਗ੍ਹਾ ਹੈ ਜਿੱਥੇ ਜਾ ਕੇ ਅਸੀਂ ਇਹਨਾਂ ਵਿਕਾਰਾਂ ਤੋਂ, ਇਹਨਾਂ ਦੁੱਖਾਂ ਤਕਲੀਫਾਂ ਤੋਂ ਬਚ ਸਕਦੇ ਹਾਂ। ਛੁਟਕਾਰਾ ਇੱਕੋ ਜਗ੍ਹਾ ਤੇ ਹੀ ਆ, ਸੰਗਤ। ਬਸ ਸੰਗਤ ਤੋਂ ਬਿਨਾਂ ਜਿਹੜੇ ਮਰਜ਼ੀ ਦਰ ਤੇ ਠੋਕਰਾਂ ਖਾ ਲਾ, ਗੁਰੂ ਸਾਹਿਬ ਜੀ ਕਹਿੰਦੇ ਕਿਸੇ ਨੇ ਤੇਰੀ ਕੋਈ ਮਦਦ ਨਹੀਂ ਕਰਨੀ, ਕਿਸੇ ਨੇ ਤੇਰੀ ਬਾਹ ਨਹੀਂ ਫੜਨੀ। ਹੁਣ ਜਿੱਥੇ ਜਾ ਕੇ ਸਾਡਾ ਬਚਾਅ ਹੋਣਾ ਆ, ਜਿਸ ਸੰਗਤ ਵਿੱਚ ਜਾ ਕੇ ਅਸੀਂ ਬਚਣਾ ਆ, ਜੇ ਉਸ ਸੰਗਤ ਵੱਲੋਂ ਹੀ ਸਾਨੂੰ ਮਾਰ ਦਿੱਤਾ ਗਿਆ, ਸੰਗਤ ਵੱਲੋਂ ਹੀ ਅਸੀਂ ਇਹਨੇ ਪਿੱਛੇ ਹੋ ਗਏ, ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਹੋਰ ਬਾਹ ਤਾਂ ਤੇਰੀ ਪਹਿਲਾਂ ਹੀ ਕਿਸੇ ਨੇ ਫੜੀ। ਇੱਕੋ ਇੱਕ ਹੀ ਤੇ ਜਗ੍ਹਾ ਸੀ ਇਸ ਦੁਨੀਆ ਤੇ ਬਚਾਉਣ ਲਈ, ਉਹਨੂੰ ਵੀ ਠੁਕਰਾ ਦਿੱਤਾ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਜੇ ਤੂੰ ਉਸ ਦਰ ਨੂੰ, ਉਸ ਜਗ੍ਹਾ ਨੂੰ ਵੀ ਠੁਕਰਾ ਦਿੱਤਾ, ਤੇ ਫਿਰ ਤੈਨੂੰ ਕੀ ਮਿਲਣਾ ਹੈ? ਵਾਹਿਗੁਰੂ, ਫਿਰ ਵਾਹਿਗੁਰੂ ਵੱਲੋਂ ਵੀ ਤੂੰ ਮਾਰਿਆ ਗਿਆ ਹੈ।
ਜੇ ਆਪਾਂ ਸੋਚੀਏ, ਇਸ ਚੀਜ਼ ਨੂੰ ਸੋਚ ਕੇ ਦੇਖੀਏ ਕਿ ਹੁਣ ਜਿਹੜੀ ਇੱਕੋ ਹੀ ਜਗ੍ਹਾ ਬਚੀ ਸੀ, ਜੇ ਅਸੀਂ ਉਲਟਾ ਉਹਨੂੰ ਹੀ ਆ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ, ਉਹਨੂੰ ਹੀ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ, ਹੁਣ ਉਹ ਉਸੇ ਇੱਕ ਲਾਸਟ ਉਮੀਦ ਨੇ ਹੀ ਸਾਨੂੰ ਠੁਕਰਾ ਦਿੱਤਾ, ਸਾਨੂੰ ਸੁੱਟ ਦਿੱਤਾ, ਤੇ ਅਸੀਂ ਕਿੱਥੇ ਜਾਣਾ ਹੈ? ਕਿੱਥੇ ਜਾਊਗਾ ਬੰਦਾ? ਸੰਤ ਕਾ ਨਿੰਦਕ ਰਾਜ ਤੇ ਹੀਨ। ਹੁਣ ਸੰਗਤ ਵੱਲੋਂ ਮਾਰਿਆ ਗਿਆ, ਗੁਰੂ ਸਾਹਿਬ ਜੀ ਵੱਲੋਂ ਮਾਰਿਆ ਗਿਆ। ਗੁਰੂ ਸਾਹਿਬ ਜੀ ਕਹਿੰਦੇ ਸੰਤ ਕਾ ਨਿੰਦਕ ਰਾਜ ਤੇ ਹੀਨ। ਤੇਰੇ ਕੋਲ ਜਿੰਨੇ ਸੁੱਖ ਸਕੂਨ ਆ, ਜੋ ਕੁਛ ਵੀ ਹੈਗਾ ਹੈ ਨਾ, ਸਭ ਕੁਛ ਖੋ ਲੈਣਾ ਹੈ। ਕਿਉਂ? ਪਹਿਲਾਂ ਤੂੰ ਵਧੀਆ ਜ਼ਿੰਦਗੀ ਜੀ ਰਿਹਾ ਸੀ, ਜੇ ਸੰਗਤ ਵਿੱਚ ਆਉਣਾ ਆ, ਨਾਮ ਜਪਦਾ ਹੈ, ਭਗਤੀ ਕਰਦਾ ਹੈ, ਬਹੁਤ ਵਧੀਆ ਜ਼ਿੰਦਗੀ ਆ, ਆਨੰਦਮਈ ਆ, ਜ਼ਿੰਦਗੀ ਵਿੱਚ ਬਹੁਤ ਆਨੰਦ ਆ। ਹੁਣ ਵਾਹਿਗੁਰੂ ਵੱਲੋਂ ਮਾਰਿਆ ਗਿਆ ਆ, ਸੰਗਤ ਵੱਲੋਂ ਮਾਰਿਆ ਗਿਆ ਆ, ਹੁਣ ਹਿੱਸੇ ਕੀ ਰਹਿਣਾ ਆ? ਉਸ ਪੈਸੇ ਨਾਲ ਤਾਂ ਰਾਜ ਆ ਨਹੀਂ ਜਾਣਾ, ਸੁੱਖ ਤਾਂ ਚਾਹੀਦਾ ਹੈ, ਆਨੰਦ ਤਾਂ ਚਾਹੀਦਾ ਹੈ ਅੰਦਰ ਦਾ। ਸੋ ਗੁਰੂ ਸਾਹਿਬ ਜੀ ਕਹਿੰਦੇ ਹੁਣ ਉਹ ਵੀ ਖਤਮ ਹੋ ਗਿਆ ਆ। ਸੰਤ ਕਾ ਨਿੰਦਕ ਦੁਖੀਆ ਅਰਦੀਨ। ਜਿਹੜਾ ਸੰਤ ਦਾ ਨਿੰਦਕ ਹੁੰਦਾ ਹੈ ਨਾ, ਉਹ ਪੀੜਤ ਰਹਿੰਦਾ ਹੈ, ਹਮੇਸ਼ਾ ਦੁੱਖਾਂ ਦੇ ਨਾਲ ਭਰਿਆ ਰਹਿੰਦਾ ਆ। ਹੁਣ ਇਹ ਚੀਜ਼ ਵੀ ਹੈਗੀ ਆ, ਜਿਹੜੇ ਨਿੰਦਕ ਦੇਖੇ ਆ ਨਾ, ਹੁਣ ਜਿਵੇਂ ਉਹੀ ਬੀਬੀ ਹੀ ਜਾਂ ਉਹਦੇ ਨਾਲ ਸੰਬੰਧ ਵਿੱਚ ਜਿੰਨੇ ਵੀ ਜਾਣੇ ਸੀ ਨਾ, ਜਿਨ੍ਹਾਂ ਨੇ ਉਹਦੀ ਹੈਲਪ ਕੀਤੀ, ਮਦਦ ਕੀਤੀ, ਉਹਦੇ ਨਾਲ ਮਿਲ ਕੇ ਨਿੰਦਿਆ ਕੀਤੀ ਸੰਗਤ ਦੀ, ਉਹਨਾਂ ਵਿੱਚੋਂ ਉਹ ਸਾਰੇ ਹੀ, ਉਨ ਸਭ ਨੇ ਹਸਪਤਾਲਾਂ ਦੇ ਚੱਕਰ ਲਾਏ ਆ, ਸਭ ਨੇ। ਹੁਣ ਜਦੋਂ ਪਹਿਲਾਂ ਉਹਨੇ ਨਿੰਦਿਆ ਕੀਤੀ ਸੀ, ਪਹਿਲਾਂ ਵੀ ਉਹ ਵੀ ਬਿਮਾਰ ਹੋ ਗਈ, ਪੂਰਾ ਪਰਿਵਾਰ ਬਿਮਾਰ ਹੋ ਗਿਆ, ਹਸਪਤਾਲਾਂ ਦੇ ਚੱਕਰ ਲਾਏ, ਪਰ ਦਵਾਈ ਲੈਣ ਲਈ ਪੈਸਾ ਹੀ ਨਹੀਂ ਸੀ। ਸੰਗਤ ਨੇ ਫਿਰ ਲੈ ਆਂਦਾ, ਬਖਸ਼ ਦਿੱਤਾ। ਗੁਰੂ ਸਾਹਿਬ ਜੀ ਨੇ, ਸੰਗਤ ਨੇ ਬਖਸ਼ ਦਿੱਤਾ, ਮਤਲਬ ਵਾਹਿਗੁਰੂ ਨੇ ਬਖਸ਼ ਦਿੱਤਾ, ਮਾਫ ਕਰ ਦਿੱਤਾ। ਪਰ ਉਹ ਜਿਹੜੀ ਆਦਤ ਉਹ ਅੰਦਰ ਵੜ ਚੁੱਕੀ ਹੈ ਨਾ, ਨਸ਼ਾ ਉਤਾਰਨਾ ਬਹੁਤ ਔਖਾ ਹੈ। ਉਹਨੇ ਬਸ ਉਹ ਆਪਣੀ ਜਿਹੜੀ ਪਹਿਲੀ ਆਦਤ ਸੀ ਫਿਰ ਸ਼ੁਰੂ ਕਰ ਦਿੱਤੀ। ਹੁਣ ਕਹਿੰਦੇ ਜਿਹੜਾ ਸੰਤ ਦਾ ਦੁਖੀ ਆ, ਉਹ ਹਮੇਸ਼ਾ ਪੀੜਿਤ ਰਹਿੰਦਾ ਆ। ਸੰਤ ਕੇ ਨਿੰਦਕ ਕੋ ਸਰਬ ਰੋਗ। ਜਿਹੜਾ ਸੰਗਤ ਦਾ ਨਿੰਦਕ ਆ, ਉਹ ਰੋਗਾਂ ਦੇ ਨਾਲ ਭਰਿਆ ਹੈ। ਕਹਿ ਲਓ ਕਿ ਸਾਰੀ ਦੁਨੀਆ ਦੇ ਰੋਗ ਆ ਕੇ, ਦੁੱਖ ਆ ਕੇ ਉਹਨੂੰ ਚਿੰਬੜ ਗਏ। ਸੰਤ ਕੇ ਨਿੰਦਕ ਕੋ ਸਦਾ ਵਿਜੋਗ। ਕਿਉਂ? ਕਿਉਂਕਿ ਹੁਣ ਉਹਨੇ ਵਾਹਿਗੁਰੂ ਦੇ ਨਾਲੋਂ ਵਿਛੜ ਗਿਆ ਹੈ। ਜਿਹੜੇ ਵਾਹਿਗੁਰੂ ਨੇ ਸਾਨੂੰ ਸੁੱਖ ਦੇਣਾ ਆ, ਆਨੰਦ ਦੇਣਾ ਆ, ਜੇ ਅਸੀਂ ਉਸੇ ਵਾਹਿਗੁਰੂ ਨੂੰ ਠੁਕਰਾ ਦਿੱਤਾ, ਅਸੀਂ ਉਸੇ ਵਾਹਿਗੁਰੂ ਦੀ, ਉਸੇ ਸੰਗਤ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ, ਉਹਦੇ ਖਿਲਾਫ ਖੜੇ ਹੋ ਗਏ, ਫਿਰ ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਸੰਤ ਕੇ ਨਿੰਦਕ ਕੋ ਸਦਾ ਵਿਜੋਗ। ਵਾਹਿਗੁਰੂ ਤੋਂ ਵਿਛੜ ਗਿਆ ਹੈ ਨਾ, ਕੁਛ ਹਿੱਸੇ ਨਹੀਂ ਆਉਣਾ, ਫਿਰ ਦੁੱਖਾਂ ਹੀ ਆ, ਦੁੱਖ ਆ, ਤਕਲੀਫਾਂ ਆ, ਪਰੇਸ਼ਾਨੀਆਂ ਆ, ਜ਼ਿੰਦਗੀ ਦਾ ਆਨੰਦ, ਸਕੂਨ ਸਭ ਕੁਝ ਖਤਮ ਹੋ ਜਾਂਦਾ ਹੈ। ਸੰਤ ਕੀ ਨਿੰਦਾ ਦੋਖ ਮਹਿ ਦੋਖ। ਕਹਿੰਦੇ ਸੰਗਤ ਦੀ ਨਿੰਦਿਆ ਕਰ ਰਿਹਾ ਹੈ ਨਾ, ਸਭ ਤੋਂ ਭੈੜਾ ਕਰਮ ਆ, ਭੈੜੇ ਤੋਂ ਵੀ ਭੈੜਾ ਆ। ਸਭ ਤੋਂ ਮਤਲਬ ਕਿ ਸਭ ਤੋਂ ਭੈੜੇ ਦਾ ਮਤਲਬ ਕੀ ਹੈ ਕਿ ਇਸ ਤੋਂ ਨੀਚ ਕੰਮ ਕੋਈ ਹੈ ਹੀ ਨਹੀਂ ਦੁਨੀਆ ਤੇ। ਇਸ ਤੋਂ ਨੀਚ ਕਰਮ, ਇਸ ਤੋਂ ਭੈੜਾ ਕਰਮ ਕੋਈ ਦੁਨੀਆ ਤੇ ਹੈ ਹੀ ਨਹੀਂ ਆ। ਤੂੰ ਨਿੰਦਿਆ ਕਰ, ਸੰਗਤ ਦੀ ਨਿੰਦਿਆ ਕਰ ਦਿੱਤੀ ਨਾ, ਸਭ ਕੁਛ ਹੀ ਗਵਾ ਦਿੱਤਾ, ਸਭ ਕੁਛ ਖੋ ਦਿੱਤਾ। ਜਿੰਨੀ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਸੀ, ਜੋ ਵਾਹਿਗੁਰੂ ਨੇ ਤੈਨੂੰ ਦਿੱਤਾ ਹੈ ਨਾ, ਉਹ ਖੂਹ ਖਾਤੇ ਪਾ ਦਿੱਤਾ, ਸਭ ਕੁਛ ਖਤਮ ਹੋ। ਨਾਨਕ ਸੰਤ ਭਾਵੈ ਤਾਂ ਉਸਕਾ ਪੀ ਹੋਏ ਮੋਖ। ਕਹਿੰਦੇ ਜੇ ਸੰਗਤ ਚਾਹੇ ਤਾਂ ਉਹਦੀ ਵੀ ਮੁਕਤੀ ਹੋ ਸਕਦੀ ਹੈ। ਜੇ ਸੰਗਤ ਚਾਹੇ ਤਾਂ ਉਹਦੀ ਵੀ ਮੁਕਤੀ ਹੋ ਸਕਦੀ ਹੈ, ਉਹਨੂੰ ਵੀ ਬਚਾ ਸਕਦੀ ਹੈ ਸੰਗਤ, ਨਿੰਦਕ ਨੂੰ ਵੀ। ਜਿਹਦੀ ਨਿੰਦਿਆ ਕਰ ਰਿਹਾ ਨਾ ਇਨਸਾਨ, ਹੁਣ ਜੇ ਉਹ ਆ ਕੇ ਕਵੇ, ਅਸੀਂ ਕਿਸੇ ਦੇ ਪੱਥਰ ਮਾਰ ਰਹੇ ਹੋਈਏ, ਉਹ ਆ ਕੇ ਕਹੇ ਕਿ ਚੱਲ ਮੈਂ ਤੈਨੂੰ ਮਾਫ ਕਰ ਦਿੰਦਾ ਹੈ, ਇਹ ਕਿੰਨੀ ਵੱਡੀ ਗੱਲ ਆ। ਸੋ ਇਸ ਸੰਗਤ ਦਾ ਕਿੰਨਾ ਵੱਡਾ ਗੁਣ ਆ ਕਿ ਪਹਿਲਾਂ ਤਾਂ ਅਸੀਂ ਇੰਨੀ ਨਿੰਦਿਆ ਕਰਕੇ ਆਏ, ਅਸੀਂ ਇੰਨੇ ਕਰਮ ਕਮਾਏ ਆ, ਕੋਈ ਥਾਂ ਹੀ ਨਹੀਂ ਛੱਡਿਆ, ਪੂਰੀ ਵਾਹ ਲਗਾ ਦਿੱਤੀ ਕਿ ਮੈਂ ਕੁਛ ਛੱਡਿਆ ਹੀ ਨਹੀਂ, ਕੁਛ ਛੱਡਾ ਹੀ ਨਾ, ਜਿੰਨਾ ਹੋ ਸਕੇ ਮੈਂ ਇਹਦੀ ਨਿੰਦਿਆ ਕਰ ਲਵਾਂ, ਇਹਦੀ ਲੋਕਾਂ ਨੂੰ ਦੱਸ ਦੇਵਾਂ ਕਿ ਐਵੇਂ ਦਾ ਆ। ਪਰ ਗੁਰੂ ਸਾਹਿਬ ਜੀ ਕਹਿੰਦੇ ਸੰਗਤ ਇੰਨੀ ਉੱਚੀ ਆ ਨਾ, ਇੰਨੀ ਮਹਾਨਤਾ ਆ ਸੰਗਤ ਦੀ, ਕਿ ਉਹ ਤੂੰ ਉੱਥੇ ਆ ਗਿਆ ਨਾ, ਸੰਗਤ ਦੀ ਸ਼ਰਨ ਵਿੱਚ ਆ ਗਿਆ ਆ, ਬਸ ਸੰਗਤ ਨੇ ਬਚਾ ਲੈਣਾ ਆ। ਸੰਤ ਕਾ ਦੋਖੀ ਸਦਾ ਅਪਵਿੱਤ। ਜਿਹੜਾ ਸੰਗਤ ਦਾ ਦੋਖੀ ਆ, ਉਹ ਅਪਵਿੱਤਰ ਆ, ਉਹਦੇ ਅੰਦਰ ਕੋਈ ਪਵਿੱਤਰਤਾ ਹੀ ਨਹੀਂ ਰਹਿ ਜਾਂਦੀ, ਕਿਉਂਕਿ ਅੰਦਰੋਂ ਗੰਦਾ ਹੋ ਗਿਆ, ਨਿੰਦਿਆ ਕਰ ਕਰਕੇ, ਕਰਮ ਕਮਾ ਕੇ ਅੰਦਰੋਂ ਭਰ ਗਿਆ ਹੈ, ਭੈੜੇ ਕਰਮਾਂ ਦੇ ਨਾਲ ਉਹਨੇ ਆਪਣੇ ਆਪ ਨੂੰ ਭਰ ਲਿਆ। ਹੁਣ ਉਹ ਅੰਦਰੋਂ ਅਪਵਿੱਤਰ ਹੋ ਗਿਆ ਹੈ, ਮੈਲ ਦੇ ਨਾਲ ਭਰ ਗਿਆ ਹੈ। ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ।
ਕਹਿੰਦੇ ਕਿ ਉਹ ਕਿਸੇ ਦਾ ਮਿੱਤਰ ਨਹੀਂ ਹੈ, ਕਿਸੇ ਦਾ ਦੋਸਤ ਨਹੀਂ ਹੈ, ਕਿਉਂਕਿ ਉਹਦਾ ਕੰਮ ਹੀ ਇਹ ਆ, ਉਹਦਾ ਬਿਜ਼ਨਸ ਹੀ ਇਹ ਆ। ਕੋਈ ਕੋਈ ਉਹਦਾ ਦੋਸਤ ਨਹੀਂ ਆ। ਅੱਜ ਸੰਗਤ ਦੀ ਨਿੰਦਿਆ ਕਰ ਰਿਹਾ ਆ, ਕੱਲ ਨੂੰ ਜਿਹੜਾ ਦੋਸਤ ਜਿਹਨੂੰ ਦੋਸਤ ਬਣਾਈ ਫਿਰਦਾ ਉਹਦੀ ਵੀ ਕਰ ਲਊਗਾ। ਉਹਦਾ ਕੋਈ ਦੀਨ ਇਮਾਨ ਥੋੜੀ ਹੈਗਾ, ਕੋਈ ਦੀਨ ਧਰਮ ਥੋੜੀ ਹੈਗਾ। ਉਹਨੇ ਕੁਛ ਕਰਨ ਲੱਗਿਆ ਦੇਖਣਾ ਥੋੜੀ ਹੈ, ਬੋਲਣ ਲੱਗਿਆ ਬਸ ਉਹ ਜਿਹੜੀ ਜ਼ਬਾਨ ਆ ਨਾ ਉਹ ਚੱਲਦੀ ਜਾਂਦੀ ਆ, ਉਹਨੇ ਚੱਲੀ ਜਾਣਾ ਆ, ਰੁਕਣਾ ਨਹੀਂ ਆ। ਸੰਤ ਕੇ ਦੋਖੀ ਕੋ ਡਾਨ ਲੱਗ ਗਿਆ। ਹੁਣ ਕਹਿੰਦੇ ਕਿ ਸੰਤ ਦਾ ਦੋਖੀ ਆ ਨਾ, ਉਹਨੂੰ ਜਮਦੂਤਾਂ ਨੇ ਮਾਰਨਾ ਹੀ ਮਾਰਨਾ ਹੈ, ਮਰਨਾ ਹੀ ਮਰਨਾ ਹੈ ਉਹਨੇ ਉਹਨਾਂ ਦੇ ਹੱਥੋਂ। ਸੰਤ ਕੇ ਦੋਖੀ ਕੋ ਸਭ ਤਿਆਗੈ। ਜਿਹੜਾ ਸੰਤ ਦਾ ਦੋਖੀ ਆ, ਨਿੰਦਕ ਆ, ਉਹਨੂੰ ਸਾਰੇ ਤਿਆਗ ਦਿੰਦੇ ਆ, ਸਭ ਛੱਡ ਦਿੰਦੇ ਆ। ਕੋਈ ਉਹਦਾ ਸਾਥ ਦੇਣ ਲਈ ਫਿਰ ਰਾਜ਼ੀ ਨਹੀਂ ਹੁੰਦਾ। ਉਹਨੇ ਸੰਗਤ ਦੀ ਨਿੰਦਿਆ ਕੀਤੀ ਹੈ ਨਾ, ਫਿਰ ਉਹਨੇ ਕਿਸੇ ਨੇ ਉਹਦਾ ਸਾਥ ਨਹੀਂ ਦੇਣਾ। ਲੋੜ ਪੈਣ ਤੇ ਕੋਈ ਸਹਾਰਾ ਨਹੀਂ ਬਣਦਾ, ਕੋਈ ਆਸਰਾ ਨਹੀਂ ਬਣਦਾ, ਕਿਸੇ ਨੇ ਉਹਦੇ ਵੱਲ ਦੇਖਣਾ ਵੀ ਨਹੀਂ ਆ। ਸੰਤ ਕਾ ਦੋਖੀ ਮਹਾ ਅਹੰਕਾਰੀ। ਜਿਹੜਾ ਸੰਗਤ ਦਾ ਦੋਖੀ ਆ, ਗੁਰੂ ਸਾਹਿਬ ਜੀ ਕਹਿੰਦੇ ਉਹਦੇ ਅੰਦਰ ਬਹੁਤ ਹੰਕਾਰ ਹੁੰਦਾ ਹੈ। ਹੁਣ ਉਹਦੇ ਅੰਦਰ ਹੰਕਾਰ ਆ, ਤਾਂ ਹੀ ਤਾਂ ਲੋਕਾਂ ਦੀ ਨਿੰਦਿਆ ਕਰ ਰਿਹਾ ਹੈ, ਸੰਗਤ ਦੀ ਨਿੰਦਿਆ ਕਰ ਰਿਹਾ ਆ। ਕਿਉਂਕਿ ਕਿਸੇ ਬਾਰੇ ਕੁਝ ਮਾੜਾ ਬੋਲ ਰਹੇ, ਸਾਨੂੰ ਇਹੀ ਹੈ ਨਾ ਕਿ ਮੈਂ ਪਰਫੈਕਟ ਆ, ਮੈਂ ਬੜਾ ਸਾਫ਼ ਸੁਥਰਾ ਆ, ਤਾਂ ਹੀ ਤਾਂ ਅਸੀਂ ਦੂਜਿਆਂ ਵੱਲ ਦੇਖਦੇ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਬੜਾ ਸ਼ੁੱਧ ਸਮਝਦੇ ਹਾਂ। ਹੁਣ ਕਹਿੰਦੇ ਸੰਗਤ ਦਾ ਦੋਖੀ ਆ, ਉਹਨੂੰ ਲੱਗਦਾ ਹੈ ਕਿ ਮੈਂ ਬੜਾ ਸਾਫ਼ ਹਾਂ, ਬੜੇ ਸਾਫ਼ ਦਿਲ ਦਾ ਆ, ਤਾਂ ਹੀ ਉਹ ਸੰਗਤ ਦੀ ਨਿੰਦਿਆ ਕਰਦਾ ਆ। ਇਸੇ ਹੰਕਾਰ ਵਿੱਚ ਹੀ ਮਰ ਜਾਂਦਾ ਹੈ। ਬਸ ਇਸੇ ਹੰਕਾਰ ਨੇ ਉਹਨੂੰ ਇੱਕ ਨਾ ਇੱਕ ਦਿਨ ਖਤਮ ਕਰ ਦੇਣਾ ਹੈ। ਸੰਤ ਕਾ ਦੋਖੀ ਸਦਾ ਵਿਕਾਰੀ। ਜਿਹੜਾ ਸੰਗਤ ਦਾ ਦੋਖੀ ਆ, ਉਹ ਵਿਕਾਰਾਂ ਦੇ ਨਾਲ ਭਰਿਆ ਹੋਇਆ ਆ। ਗੁਰੂ ਸਾਹਿਬ ਜੀ ਕਹਿੰਦੇ ਵਿਕਾਰਾਂ ਨੇ ਆ ਕੇ ਹੁਣ ਉਹਨੂੰ ਘੇਰ ਲਿਆ ਆ, ਕੋਈ ਉਹਦੇ ਕੋਲ ਰਸਤਾ ਨਹੀਂ ਹੈ ਬਚਣ ਦਾ। ਸੰਤ ਕਾ ਦੋਖੀ ਜਨਮੈ ਮਰੈ। ਸੰਗਤ ਦਾ ਦੋਖੀ ਆ, ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਆ, 84 ਲੱਖ ਜੂਨਾਂ ਵਿੱਚ ਪੈ ਜਾਂਦਾ ਆ, ਜੰਮ ਗਿਆ, ਮਰ ਗਿਆ, ਬਸ ਉਹ ਇਹਨਾਂ ਚੱਕਰਾਂ ਵਿੱਚ ਪੈ ਗਿਆ। ਸੰਤ ਕੀ ਦੁੱਖ ਨਾ ਸੁਖ ਤੇ ਟਰੈ। ਕਹਿੰਦੇ ਕਿ ਜਿਹੜਾ ਸੰਗਤ ਦਾ ਦੋਖੀ ਹੈ ਨਾ, ਸੁੱਖਾਂ ਤੋਂ ਵਾਂਝਾ ਆ। ਹੁਣ ਉਹਦੇ ਕੋਲ ਕੋਈ ਸੁੱਖ ਨਹੀਂ ਹੈ, ਕੋਈ ਆਨੰਦ ਨਹੀਂ ਹੈ। ਗੁਰੂ ਸਾਹਿਬ ਜੀ ਨੇ ਸਭ ਕੁਝ ਖੋਹ ਲਿਆ, ਉਹਦੇ ਕੀਤੇ ਕਰਮਾਂ ਨੇ ਉਹਦੇ ਕੋਲ ਸਭ ਕੁਝ ਗਵਾ ਦਿੱਤਾ। ਸੰਤ ਕੇ ਦੋਖੀ ਕੋ ਨਾਹੀ ਠਾਉ। ਕਹਿੰਦੇ ਸੰਗਤ ਦਾ ਦੋਖੀ ਆ ਨਾ, ਉਹਦਾ ਕੋਈ ਹੁਣ ਉਹਦੇ ਕੋਲ ਕੋਈ ਥਾਂ ਨਹੀਂ ਹੈਗਾ। ਥਾਂ ਕੀ ਸੀ? ਉਹਨੇ ਇੱਥੇ ਸੰਗਤ ਸੀ, ਸੰਗਤ ਵਿੱਚ ਬੈਠ ਕੇ ਨਾਮ ਜਪਦਾ, ਭਗਤੀ ਕਰਦਾ, ਬਖਸ਼ਿਸ਼ ਲੈਂਦਾ। ਸਰੀਰ ਛੱਡਣ ਤੋਂ ਬਾਅਦ ਸੱਚਖੰਡ ਚਲੇ ਜਾਣਾ ਸੀ, ਜੁਗੋ ਜੁਗ ਅਟਲ ਹੋ ਜਾਣਾ ਸੀ। ਸੋ ਗੁਰੂ ਸਾਹਿਬ ਜੀ ਕਹਿੰਦੇ ਨਿੰਦਿਆ ਕਰ ਕਰਕੇ ਉਹਨੇ ਇੰਨੇ ਕਰਮ ਕਮਾ ਲਏ ਆ, ਨਾ ਤਾਂ ਉਹਨੂੰ ਇੱਥੇ ਸੰਗਤ ਵਿੱਚ ਬਹਿਣਾ ਮਿਲਿਆ ਤੇ ਨਾ ਅੱਗੇ ਗੁਰੂ ਸਾਹਿਬ ਜੀ ਦੀ ਗੋਦ ਮਿਲਣੀ ਆ। ਉਹਦੇ ਕੋਲ ਹੁਣ ਕੋਈ ਥਾਂ ਟਿਕਾਣਾ ਨਹੀਂ ਰਹਿ ਗਿਆ ਹਮੇਸ਼ਾ ਲਈ। ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਕਹਿੰਦੇ ਸੰਗਤ ਚਾਵੇ ਤਾਂ ਉਹਨੂੰ ਵੀ ਆਪਣੇ ਨਾਲ ਮਿਲਾ ਸਕਦੀ ਆ, ਆਪਣੇ ਨਾਲ ਬਿਠਾ ਕੇ ਨਾਮ ਜਪਾ ਸਕਦੀ ਆ, ਗੁਰੂ ਸਾਹਿਬ ਜੀ ਨਾਲ ਮਿਲਾ ਸਕਦੀ ਆ, ਉਹਦੀ ਮੁਕਤੀ ਹੋ ਸਕਦੀ ਆ। ਸੋ ਇਹ ਵਾਹਿਗੁਰੂ ਜੀ ਜਿਹੜੀ ਅਸ਼ਟਪਦੀ ਆ, ਪਹਿਲੇ 4 ਪਦਿਆਂ ਦੀ ਵਿਚਾਰ ਆਪਾਂ ਅੱਜ ਕੀਤੀ ਆ। ਸੋ ਗੁਰੂ ਸਾਹਿਬ ਜੀ ਦਾ ਬਹੁਤ ਸ਼ੁਕਰ ਆ, ਗੁਰੂ ਸਾਹਿਬ ਜੀ ਨੇ ਸਾਨੂੰ ਇੰਨੀ ਸੋਹਣੀ ਵਿਚਾਰ ਦਿੱਤੀ। ਤੇ ਸੰਗਤ ਦੀ ਮਹਾਨਤਾ ਆ, ਇਹਨੂੰ ਸੰਗਤ ਦੀ ਮਹਾਨਤਾ ਕਹਿੰਦੇ ਆ, ਇਹ ਸੰਗਤ ਦੇ ਗੁਣ ਆ। ਸੋ ਆਪਾਂ ਵੀ ਗੁਰੂ ਸਾਹਿਬ ਜੀ ਨੂੰ ਹਮੇਸ਼ਾ ਇਹ ਅਰਦਾਸ ਕਰਨੀ ਆ ਕਿ ਗੁਰੂ ਪਾਤਸ਼ਾਹ ਅਸੀਂ ਹਮੇਸ਼ਾ ਸੰਗਤ ਨਾਲ ਜੁੜੇ ਰਹੀਏ। ਇਹ ਜਿਹੜਾ ਭੈੜਾ ਕਰਮ ਆ ਨਾ, ਭੈੜੀ ਆਦਤ ਆ, ਬਸ ਇਸ ਤੋਂ ਬਚ ਕੇ ਰਹਿਣਾ ਹੈ, ਨਿੰਦਿਆ ਤੋਂ ਬਚ ਕੇ ਰਹਿਣਾ ਹੈ। ਕਿਉਂਕਿ ਜੇ ਸੰਗਤ ਦੀ ਨਿੰਦਿਆ ਹੋ ਗਈ ਨਾ, ਫਿਰ ਸਾਡੀ ਜਿਹੜੀ ਕੀਤੀ ਕਮਾਈ ਹੈ ਨਾ, ਸਾਰੀ ਖੂਹ ਵਿੱਚ ਪੈ ਜਾਣੀ ਹੈ, ਕੁਛ ਵੀ ਹਿੱਸੇ ਨਹੀਂ ਹੋਣਾ। ਸੋ ਆਪਾਂ ਗੁਰੂ ਸਾਹਿਬ ਜੀ ਨੂੰ ਅਰਦਾਸ ਕਰਦੇ ਰਹੀਏ। ਬਾਣੀ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਸਾਰੀ ਸੰਗਤ ਬਖਸ਼ਣਹਾਰ ਹੋ, ਬਖਸ਼ ਲੈਣਾ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਹਨ, ਬਖਸ਼ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।